बाकी एक नवी गल हुई है, साडे लई तां फायदा है। आई डोंट कंसिडर इट एज ए बैड इवेंट। जे सानू इहदे चों ज्ञान प्राप्त हो जाए फिर सानू इस गल का दुख थोड़ी है। जिवें कहंदे हुंदे पंजाबी च भी गधे दे मारी ना कुब्बे दे मारी लत्त, उहदा तां कुब्ब सीधा हो गया। जे इस तरह की इवेंट हुई है, आई ऑलवेज टेक इट पॉजिटिव। देयर अदर ऑर्गेनाइजेशंस हू आर ऑल्सो डूइंग देयर बेस्ट, जिन्ना को उन्होंने पता है, जिन्ना को आपां नूं पता है, आपां इहनूं विचार लैंदे आ। इहनूं फिर मैं दोहां इन्हां चों कोशिश करदा कि इन्हां दोहां नूं 15 मिनट च आपां विचार लीए, फिर इह चों आपां क्वेश्चन आंसर भी कर लांगे। ये हुणे इवेंट हुई सी एंड देयर इज लॉट ऑफ इगनोरेंस कमिंग आउट। ਜਦੋਂ ਆਪਾਂ मैं सुनदा पढ़दा कि ਉਹ ਤਾਂ ਸਾਨੂੰ ਕਹਿਣਗੇ ਹੀ ਇਹ ਗੱਲ, ਬਿਕਾਜ਼ ਵੀ ਡੋਂਟ know what is written in our own scriptures, ਔਰ ਉਹਨੂੰ ਅਸੀਂ ਕਿਵੇਂ ਅਰਥਾਇਆ ਹੋਇਆ ਆਪਾਂ ਨੂੰ ਥੋੜਾ ਜਿਹਾ ਗਲਿੰਪਸ ਮਿਲ ਜਾਏਗਾ। देयर इज नो डाउट कि ਅਸੀਂ ਰਾਮਚੰਦ ਨੂੰ ਕਿਵੇਂ ਡਿਫਾਈਨ ਕੀਤਾ ਗੁਰਬਾਣੀ 'ਚ, ਬਟ ਹੀ ਸ਼੍ਰੀ ਰਾਮਚੰਦ, ਹੀ ਇਜ਼ ਨੋਟ ਅ ਰਾਮਚੰਦ। ਇਹ ਸ਼੍ਰੀ ਰਾਮਚੰਦ ਹੈ, ਇਹ ਵੇਦ ਦਾ ਰਾਮਚੰਦ ਹੈ ਜਿਸ ਰੂਪ ਨਾਲ ਰਖਿਆ। ਇਜ਼ ਨੋਟ ਇਨ ਅ ਵਿਜ਼ੀਬਲ ਫਾਰਮ। ਉਹ ਬ੍ਰਹਮਾ ਨੇ ਬੱਪ ਧਰਿਆ ਹੋਇਆ, ਇਹ ਰਾਮਚੰਦ ਨੇ ਬੱਪ ਨਹੀਂ ਧਰਿਆ ਹੋਇਆ। That's what we need to understand कि this is what our इष्ट is। ਅਸੀਂ ਉਹ ਰਾਮਚੰਦ ਨੂੰ ਸਾਨੂੰ ਇੰਸਟਰਕਸ਼ਨ ਹੈ ਜਿਹਨੂੰ ਅਸੀਂ ਰਾਮਚੰਦ ਮੰਨਣਾ ਹੈ, ਉਹ ਰੂਪ ਰੇਖਿਆ ਤੋਂ ਪਰੇ ਹੈ, ਉਹ ਅੱਲਾ ਵੀ ਤਾਂ ਉਹੀ ਹੈ। ਫਿਰ ਉਹ ਗੱਲ ਉਹ ਨਹੀਂ ਕਰ ਸਕਦੇ ਜਿਹੜੇ ਇਹ ਗੱਲ ਕਰਦੇ ਆ ਪਿੱਛੇ ਵੀ ਆਹ ਹੋਇਆ ਹੈ ਕੰਮ। ਉਹਨਾਂ ਨੂੰ ਰਿਸਟ੍ਰਿਕਸ਼ਨ ਹੈ ਕਿ ਉਹ ਉਸ ਮੱਤ ਵਿੱਚ ਉਹਨੂੰ ਅੱਲਾ ਨਹੀਂ ਕਹਿ ਸਕਦੇ, ਆਪਾਂ ਨੂੰ ਅੱਲਾ ਵੀ ਕਹਿ ਸਕਦੇ। ਸੋ ਇੱਥੋਂ ਹੀ ਥੀਮ ਚੱਲੇਗਾ ਐਂਡ ਵਿਲ ਗੋ ਅਰਾਊਂਡ ਦਿਸ। इंडिकेशन 10 ग्रंथ च आया होया, इनमें सृष्टि सो 10 अवतारा, जिनमें रमया राम हमारा। दैट्स व्हाट वी हैव बीन टोल्ड अगेन। एक हमारा राम है, एक तुम्हारा राम है। हमारा राम हैगा भगतां दा और वेद मत दा राम। एक सिमरत शास्त्र कोल राम हैगा, ਉਹਨੂੰ ਆਪਾਂ ਦੇਖ ਲਾਂਗੇ ਕਿ ਉਹਨੂੰ ਅਸੀਂ ਨਹੀਂ ਮੰਨਿਆ। 10 ਅਵਤਾਰਾਂ ਦੇ ਵਿੱਚ ਰਾਮ ਅਵਤਾਰ ਨਹੀਂ ਆਉਂਦਾ। ਉਹਦੀ ਇੰਡੀਕੇਸ਼ਨ 10ਵੇਂ ਪਾਤਸ਼ਾਹ ਅਗਲੀ ਪੰਕਤੀ 'ਚ ਦਿੰਦੇ ਆ, ਅਨੰਤ ਚਤੁਰਦਸ ਗਣੀ ਅਵਤਾਰ। ਇੱਥੇ ਚਤੁਰਦਸ 14 ਵਾਸਤੇ ਲਿਖਿਆ, ਦੇਖੋ ਇਹ ਲੈਂਗੁਏਜ ਹੈ ਵੇਦ ਦੀ। ਇੱਥੇ 14 ਨਹੀਂ ਲਿਖਿਆ ਅਵਤਾਰ, 10 ਲਿਖਤਾ। ਦੀ ਨੈਕਸਟ 14 ਹੈਵ ਬੀਨ ਟੋਲਡ ਬਾय ਚਤੁਰਦਸ ਗਣੀ ਅਵਤਾਰ। ਕਹਿੰਦੇ ਵੀ ਹੋਰ ਵੀ ਗਿਣੇ ਹੋਏ ਹੈ, ਬਿਕਾਜ਼ ਜਿੱਥੋਂ ਮੱਤਾਂ ਵਿਗੜੀਆਂ ਹੈ, ਜੇ ਤੁਹਾਨੂੰ ਇਹੀ ਨਹੀਂ ਪਤਾ ਵੀ ਕਿਹੜੇ 24 ਗਿਣੇ ਹੋਏ ਹੈ, ਹਾਊ ਕਮ ਯੂ ਆਰ ਗੋਨਾ ਇੰਟਰੈਕਟ ਵਿਦ them। ਇਹ ਤੁਹਾਨੂੰ ਗਿਆਨ ਦਿੱਤਾ ਹੋਇਆ ਸੋ ਦੈਟ ਯੂ ਕੈਨ ਗੋ ਐਂਡ ਟੈਲ them ਕਿ ਦਿਸ ਇਜ਼ ਵਾਟ ਦ ਟਰੂਥ ਇਜ਼। ਕਹੋ ਜੋ ਤਿੰਨ ਭਿੰਨ ਭਿੰਨ ਕੀਏ ਅਖਾਰ। ਉਹਨਾਂ ਦੇ ਸਾਰੀਆਂ ਈਵੈਂਟਸ ਵੀ ਦੱਸੀਆਂ ਹੋਈਆਂ ਵੀ what were the major events associated with those 14 which are not considered by us। and ਜਿਹੜੇ ਰਾਮਚੰਦਰ ਦੀ ਗੱਲ ਹੁੰਦੀ ਹੈ, he is one of the 14 not the 10। ਇਹ ਸਾਨੂੰ ਗੱਲ ਨਹੀਂ ਪਤਾ ਹੈ। ਇਹ ਗੱਲ ਜਿਹੜੀ ਹੈ ਆਪਾਂ ਵਿੱਚੋਂ ਹੀ ਲੱਭ ਲਾਂਗੇ। ਇੱਥੇ ਵੀ ਉਹੀ ਕਨਸੈਪਟ ਚੱਲ ਰਿਹਾ, ਸੁਣੋ ਬ੍ਰਹਮਾ ਵਿਸ਼ਨ ਮਹੇਸ਼ ਉਪਾਏ। ਬ੍ਰਹਮਾ ਵਿਸ਼ਨ ਚੋਂ ਵੀ ਪੈਦਾ ਹੁੰਦਾ। ਕਬੀਰ ਜੀ ਆਪਾਂ ਨੂੰ ਸਮਝਾ ਦੇਣਗੇ ਵੀ ਉਹਨੂੰ ਅਸੀਂ ਵਿਸ਼ਨ ਤਾਂ ਨਾ ਕਹਿੰਦੇ ਹਾਂ ਉੱਥੇ। That's another synonym for Brahma। याद रखियो उत्थे आएगा, we can repeat it that time too। ब्रह्मा ਜਿਹੜਾ ਹੈਗਾ ਵਿਸ਼ਨ ਚੋਂ ਪੈਦਾ ਹੁੰਦਾ ਜਾਂ ਮਹੇਸ਼। ਜੇ ਆਪਾਂ ਨੂੰ ਭੱਟਾਂ ਦੇ ਸਵਈਆਂ 'ਚ ਸ਼ਬਦ ਯਾਦ ਹੋਵੇ ਜਿਹਦੇ 'ਚ ਕਹਿੰਦੇ ਆ ਬ੍ਰਹਮਾ ਵਿਸ਼ਨ ਸਿਰੇ ਤੈ ਅਗਣਤ, ਉੱਥੇ ਮਹੇਸ਼ ਨਹੀਂ ਲਿਖਿਆ ਕਿਉਂਕਿ ਬ੍ਰਹਮਾ ਵਿਸ਼ਨ ਚੋਂ ਵੀ ਪੈਦਾ ਹੋ ਜਾਂਦਾ, ਬ੍ਰਹਮਾ ਮਹੇਸ਼ ਚੋਂ ਵੀ ਪੈਦਾ ਹੋ ਜਾਂਦਾ। ਆਊਟਰ ਕੌਨਸ਼ੀਅਸਨੈਸ ਬ੍ਰਹਮਾ ਹੈ, ਇਨਰ ਕੌਨਸ਼ੀਅਸਨੈਸ ਜਿਹੜੀ ਹੈ ਉਹ ਹੈਗੀ ਹੈ ਵਿਸ਼ਨ ਮਹੇਸ਼ ਹੈ। ਈਦਰ ਆਫ ਦੈਮ ਸਾਨੂੰ ਫਰਕ ਨਹੀਂ ਹੈ। ਜਿੰਨੇ ਜੀਵ ਹੈ, ਅੱਧੇ ਕਹਿ ਦੇਣਗੇ ਮਹੇਸ਼ ਚੋਂ ਬ੍ਰਹਮਾ ਪੈਦਾ ਹੋਇਆ, ਦੈਟਸ ਫਾਈਨ। ਅੱਧੇ ਕਹਿ ਦੇਣਗੇ ਵਿਸ਼ਨ ਚੋਂ ਹੋਇਆ। ਜੇ ਕੋਈ ਅੱਲਾ ਚੋਂ ਵੀ ਕਹਿ ਦੇਗਾ ਸਾਨੂੰ ਵੀ ਐਕਸੈਪਟ ਇਵਨ ਦੈਟ।
ਇਸੇ ਹੀ ਜਿਹੜਾ ਮਾਰੂ ਰਾਗ ਦਾ ਸ਼ਬਦ ਹੈ ਇਹ 16 ਹੈ। ਮਾਰੂ 16 ਹੈ, 16 ਸਟੈਂ ਹੁੰਦੇ ਆ ਬੰਦ। ਸੁਣੋ ਉਪਜੇ 10 ਅਵਤਾਰਾ, ਇਹ ਗੁਰੂ ਨਾਨਕ ਜੀ ਨੇ ਸਪੈਸੀਫਾਈ ਕੀਤਾ ਹੋਇਆ। ਇਹ ਜੋ ਆਪਾਂ ਦਸਮ ਗ੍ਰੰਥ ਚੋਂ ਹੀ ਪੜ੍ਹਦੇ ਸੀ ਕਿ ਉਹ ਕਹਿੰਦੇ ਸੀ ਜਿਨਮੇ ਰਮਿਆ ਰਾਮ ਹਮਾਰਾ, ਇਹ ਸੁੰਨ ਚੋਂ ਹੀ ਪੈਦਾ ਹੋਏ ਆ। ਕਹਿਣ ਦਾ ਭਾਵ ਜਦੋਂ ਸ੍ਰਿਸ਼ਟੀ ਬਣੀ ਹੈ ਸੁੰਨ ਤੋਂ ਸਹਿਜ ਹੋਇਆ, ਉਪਜੇ ਹੋਏ ਆ। ਇਹਨਾਂ ਨੇ ਕੁਝ ਉਪਾਇਆ ਨਹੀਂ ਹੈ। ਜਿਹੜੇ ਈਵਨ 10 ਵੀ ਮੰਨੇ ਗਏ ਆ ਉਹ ਤਾਂ ਉਪਜੇ ਹੋਏ ਆ ਨਾ ਜੀ, ਉਹ ਬੌਸ ਥੋੜੀ ਆ, ਉਹ ਉਪਾਇਆ ਕੀ ਨਹੀਂ ਹੈ। ਸੋ ਜਿਹੜਾ ਰਾਮ ਦੀ ਗੱਲ ਆ ਰਹੀ ਹੈ ਉਹ ਤਾਂ ਫਸਟਲੀ ਹੀ ਡਜ਼ਨਟ ਕੁਆਲੀਫਾਈ ਇਨ ਦੋਜ਼ 10 ਜਿਹੜਾ ਗੁਰਮਤਿ ਨੇ ਸਾਨੂੰ ਦੱਸਿਆ, ਐਂਡ ਹੀ ਇਜ਼ ਦਾ ਉਹ ਤਾਂ ਸਭ ਐਂਡ ਸਭ ਹੋ ਗਿਆ। ਸ੍ਰਿਸ਼ਟੀ ਉਪਾਏ ਕੀਆ ਪਸਾਰਾ, ਦੇਵ ਦਾਨਵ ਗਣ ਗੰਧਰਵ, ਇਹ ਉਸ ਸ਼ਬਦ ਦੀ ਸਾਰੀ ਪੰਕਤੀ ਹੈ। ਸਭ ਲਿਖਿਆ ਕਰਮ ਕਮਾਏ ਦਾ, ਜੋ ਕਿਸੇ ਦੇ ਸਿਰ ਪਰ ਕਰਮ ਲਿਖਤਾ ਪਰਮੇਸ਼ਰ ਨੇ, ਹੂ ਇਜ਼ ਐਕਚੁਅਲੀ ਦ ਬੌਸ, ਉਹੀ ਕਰਮ ਸਾਨੂੰ ਕਰਨਾ ਪੈਂਦਾ। ਫਿਰ ਅਸੀਂ ਇੰਡੀਪੈਂਡੈਂਸ ਕਾਹਦੀ ਹੈ ਫਿਰ ਜੇ ਅਸੀਂ ਉਹਨਾਂ ਨੂੰ ਪੂਜਦੇ ਹਾਂ, ਉਹ ਤਾਂ ਕਿਸੇ ਹੋਰ ਦੇ ਥੱਲੇ ਚੱਲਦੇ ਨੇ। ਵਾਈ ਡੋਂਟ ਯੂ ਗੋ ਐਂਡ ਵਰਸ਼ਿਪ ਡਾਇਰੈਕਟਲੀ ਦ ਵਨ ਅੰਡਰ whom they are worshipping, ਜੋ ਉਹਦੀ ਪੂਜਾ ਕਰਦੇ ਆ। ਜੇ ਉਹ ਗਾਹਾਂ ਕਿਸੇ ਨੂੰ ਪੂਜਦੇ ਆ, ਉਹ ਕਹਿੰਦੇ ਆ ਵੀ ਅਕਬਰ ਕੋਲ ਵੀ ਕੋਈ ਗਿਆ ਸੀ, ਉਹ ਕਹਿੰਦੇ ਵੀ ਉਹ ਕਿੱਥੇ ਗਿਆ ਹੋਇਆ, ਕਹਿੰਦਾ ਉਹ ਅੱਲਾ ਤੋਂ ਮੰਗਣ ਗਿਆ, ਕਹਿੰਦਾ ਫਿਰ ਮੈਂ ਹੀ ਮੰਗ ਲੂੰਗਾ ਅੱਲਾ ਤੋਂ, ਵਾਈ ਸ਼ੁਡ ਆਈ ਆਸਕ ਦਿਸ ਪਰਸਨ। ਉਸ ਤਰ੍ਹਾਂ ਦੀ ਗੱਲ ਆਪਾਂ ਨੂੰ ਸਮਝ ਆਉਣੀ ਚਾਹੀਦੀ ਹੈ। ਆ ਇੱਕ ਮੇਨ ਸ਼ਬਦ ਹੈ ਜਿਹੜਾ ਕਿ ਕਲੀਅਰ ਕਰ ਦੇਗਾ। ਅੱਛਾ ਜੀ, ਚਲੋ ਪਹਿਲਾਂ ਕਰ ਦਿਓ ਕਲੀਅਰ। ਇੱਕ ਕਰ ਲਈਏ ਨਾ ਆਪਾਂ, ਠੀਕ ਹੈ ਜੀ। ਇਹਦੇ 'ਚ ਵੀ ਕੰਸੈਪਟ ਉਹੀ ਚੱਲੀ ਜਾਂਦਾ। ਆਪਾਂ ਕਿੰਨੀ ਜਗ੍ਹਾ ਇਹ ਦੇਖ ਲਿਆ ਕਿ ਬ੍ਰਹਮਾ ਜਿਹੜਾ ਹੈਗਾ ਇੱਕ ਇੰਡੀਪੈਂਡੈਂਟ ਐਂਟਿਟੀ ਹੈ, ਵਿਸ਼ਨ ਮਹੇਸ਼ ਆਰ ਸਿਨੋਨਿਮਸ ਆਫ ਦੈਟ। ਦੇਵ ਹੈ ਉਹ, ਉਪਾਇਆ ਹੈ ਬ੍ਰਹਮਾ ਇਹਨਾਂ ਚੋਂ। ਇੱਥੇ ਇੰਡੀਵਿਜੂਅਲ ਦੀ ਗੱਲ ਕਰ ਰਹੇ ਹਾਂ ਜਿਹਨੇ ਕੁਛ ਅਚੀਵ ਕੀਤਾ। ਬ੍ਰਹਮਾ ਵਿਸ਼ਨ ਮਹੇ ਉੱਥੇ ਉਪਾਏ ਸੀ, ਇੱਥੇ ਦੇਵ ਚੋਂ ਉਪਾਇਆ ਗਿਆ ਬ੍ਰਹਮਾ। ਦੈਟਸ ਹਾਊ ਦੇ ਆਰ ਕਨੈਕਟਡ ਟੂ ਈਚ ਅਦਰ ਇਨ ਦ ਪੰਕਤੀ। ਹੁਣ ਹੋਇਆ ਕੀ ਹੈ ਵੀ ਬ੍ਰਹਮੇ ਨੂੰ ਵੇਦ ਦਿੱਤੇ ਹੈ, ਦੇਵ ਨੂੰ ਵੇਦ ਦੀ ਲੋੜ ਨਹੀਂ ਹੈ, ਲੋੜ ਬ੍ਰਹਮੇ ਨੂੰ ਹੈ। ਬਿਕਾਜ਼ ਬ੍ਰਹਮਾ ਜਿਹੜਾ ਹੈਗਾ ਉਹਦੇ ਕੋਲ ਵਿਜ਼ਡਮ ਘੱਟ ਹੈ। ਉਹਦੀ ਜਿਹੜੀ ਵਿਜ਼ਡਮ ਹੈ ਉਹਨੇ ਮੰਨਿਆ ਸੁਰਤ ਹੋਵੇ, ਸੁਰਤ ਬ੍ਰਹਮੇ ਦੀ ਵਧਣੀ ਸੀ, ਵਧਣੀ ਵੇਦ ਨਾਲ ਸੀ। ਉਹਨੇ ਵੇਦ ਚੋਂ ਸਿੱਖਣਾ ਸੀ ਪੂਜਾ ਕੀ ਹੈ ਤੇਰੀ। ਬ੍ਰਹਮੇ ਦੀ ਪੂਜਾ ਕੀ ਸੀ ਇਹ ਵੇਦ ਵਿੱਚ ਦੱਸਿਆ ਹੋਇਆ, ਗੁਰਬਾਣੀ 'ਚ ਵੀ ਇਹੀ ਦੱਸਿਆ ਹੋਇਆ। ਤਨ ਮਨ ਅਰਪੋ ਪੂਜ ਚੜਾਓ। ਪੂਜਾ ਤਾਂ ਜੋ ਆਪਣੇ ਕੋਲ ਸੀਗਾ ਭਰਮ ਉਹੀ ਦੇਣਾ ਪੈਣਾ ਸੀ। ਮਨ ਕੀ ਮਤ ਮੋਹਿ ਸਗਲ ਤਿਆਗੀ, ਇਹ ਵੇਦ ਨੇ ਦੱਸਿਆ ਵੀ ਆਪਣੀ ਮਤ ਛੱਡ ਦੇ। ਹੁਣ ਜਿਹੜਾ 10 ਅਵਤਾਰੀ ਵਰਡ ਹੈ ਥੋੜਾ ਜਿਹਾ ਆਮ ਬੰਦੇ ਨੂੰ ਸਮਝਣ ਲਈ ਸਟ੍ਰੈਸ ਦੇਣੀ ਪੈਂਦੀ ਹੈ, ਕਿਉਂਕਿ 10 ਹੈਗਾ 10th ਡੋਰ ਦੀ ਗੱਲ ਹੈ। ਹੁਣ ਜਿਹਨੇ ਪੂਜਾ ਕਰ ਲਈ ਹੈ ਉਹ ਦਰਵਾਜ਼ੇ ਤੇ ਪਹੁੰਚਦਾ, ਅਜੇ ਘਰ 'ਚ ਨਹੀਂ ਗਿਆ, ਉਹ ਦਰ ਤੇ ਹੀ ਗਿਆ। ਜਿਹੜਾ ਅਵਤਾਰੀ ਆਇਆ ਸੀ ਉਹ ਵੇਦ ਦੀ ਪੂਜਾ ਕਰਕੇ 10ਮ ਦੁਆਰ ਤੇ ਪਹੁੰਚਿਆ। ਉੱਥੇ ਜਦੋਂ ਪਹੁੰਚ ਗਿਆ ਤਾਂ ਉਹ ਰਾਜਾ ਰਾਮ ਦੀ ਅਵਸਥਾ 'ਚ ਲੈ ਆ ਜਾਂਦਾ। ਹੀ ਇਜ਼ ਨਾਓ ਅਟੇਨਡ ਹਿਸ, ਕਿਉਂਕਿ ਜਿਹੜਾ ਮਨ ਹੈ ਜਿਹਨੇ ਇਹਦਾ ਰਾਜ ਖੋਇਆ ਹੋਇਆ ਸੀ ਉਹ ਛੁੱਟ ਗਿਆ। ਉਹ ਰਾਜਾ ਰਾਮ ਜਿਹੜਾ ਉਹ ਆਪਣੀ ਓਰੀਜਨਲ ਫਾਰਮ 'ਚ ਆ ਗਿਆ, ਪੂਰਨ ਬ੍ਰਹਮ ਹੋ ਗਿਆ। ਉਹ ਜਿਹੜਾ ਪੂਰਨ ਬ੍ਰਹਮ ਹੈ ਉਹਦੇ ਵਿੱਚ ਕੀ ਹੈ, ਦੈਂਤਾ ਮਾਰੇ ਧਾਏ, ਉਹਨੇ ਆਪਣੇ ਅੰਦਰਲੇ ਵਿਕਾਰ ਮਾਰ ਲਏ ਸਾਰੇ। ਹੋਰ ਤਾਂ ਉਹਦੀ ਕੋਈ ਨਿਸ਼ਾਨੀ ਹੋਈ ਨਹੀਂ ਹੈ ਕਿ ਪੂਰਨ ਬ੍ਰਹਮ ਹੋਇਆ ਕਿ ਉਹ ਸ਼ਬਦ 'ਚ ਕਦੋਂ ਸਮਾਊਗਾ। ਜੇ ਉਹ ਕਾਮ ਕਰੋ ਲੋਮ ਹੰਕਾਰ ਹੀ ਨਹੀਂ ਉਹਦਾ ਵਸ 'ਚ ਹੈਗਾ, ਫਿਰ ਉਹ ਰਾਜਾ ਰਾਮ ਕਹਿੰਦਾ ਉਹ ਹੁਕਮ ਹੀ ਸਬਾਇਆ, ਕਹਿੰਦੇ ਹੁਕਮ 'ਚ ਹੀ ਹੈ ਸਾਰੇ। ਸਕਲ ਕਾਲ ਕਾ ਕੀਆ ਤਮਾਸ਼ਾ, ਇਹ ਤਮਾਸ਼ਾ ਹੁਕਮ 'ਚ ਚੱਲ ਰਿਹਾ। ਬ੍ਰਹਮਾ ਵਿਸ਼ਨ ਮਹੇਸ਼ ਦੇਵ ਹੁਕਮ 'ਚ ਉਪਾਇਆ ਜਾਂਦਾ, ਪਰ ਹੁਕਮ ਤੁਹਾਨੂੰ ਵੇਦ ਪੜ੍ਹਾ ਨਹੀਂ ਸਕਦਾ। ਹੁਕਮ ਵੇਦ ਭੇਜ ਸਕਦਾ, ਪੜ੍ਹਨੇ ਤੁਸੀਂ ਆਪ ਹੈ। ਉਹ ਹੁਕਮ ਇਨਕੈਪੇਬਲ ਹੈ। ਉੱਥੇ ਹੁਕਮ ਸਿਰਫ ਤੁਹਾਨੂੰ ਪੜ੍ਹਾ ਸਕਦਾ ਹੈ, ਦੱਸ ਸਕਦਾ ਵੀ ਦੇਰ ਆਰ ਵੇਜ਼ ਅਵੇਲੇਬਲ। ਜਿਹਨੇ ਕਰ ਲਿਆ ਉਹ 10 ਅਵਤਾਰੀ ਰਾਜਾ ਰਾਮ ਬਣ ਜਾਂਦਾ। ਹੁਣ ਇੱਕ ਹੋਰ ਕੈਟੇਗਰੀ ਚੱਲਦੀ ਹੈ, ਈਸ ਮਹੇਸ਼ਰ ਸੇਵ। ਕਹਿੰਦੇ ਸੇਵ ਤਾਂ ਹੋਰ ਵੀ ਕਰਦੇ ਰਹੇ ਆ ਜੀਵ, ਉਹਨਾਂ ਨੂੰ ਮਹੇਸ਼ਰ ਵੀ ਕਹਿੰਦੇ ਆ। ਤਾਂ ਹੀ ਗੌੜੀ ਸੁਖਮਨੀ 'ਚ ਆਉਂਦਾ ਇਹਦਾ ਇੰਡੀਕੇਸ਼ਨ। ਤਿੰਨ ਅੰਤ ਨਾ ਪਾਇਆ ਕਿਉਂਕਿ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ।
ਜਿਹੜੇ ਮਹੇਸ਼ਵਰ ਹੈ, ਜਿਹੜੇ ਸਮਝਦੇ ਆ ਵੀ ਉਹ ਬੜੀ ਉੱਚੀ ਉਹ ਵਾਲੇ ਆ, ਫਿਰ ਉਹ ਬ੍ਰਹਮ ਗਿਆਨੀ ਨੂੰ ਕਿਉਂ ਖੋਜਦੇ ਆ? ਬਿਕੋਜ਼ ਉਹਨਾਂ ਕੋਲ ਉਹ ਵੇਦ ਦਾ ਗਿਆਨ ਨਹੀਂ ਸੀਗਾ। ਜਿਨ੍ਹਾਂ ਕੋਲ ਵੇਦ ਦਾ ਗਿਆਨ ਸੀ, ਉਹਨਾਂ ਨੇ ਕੀ ਕੀਤਾ? ਸੱਚੀ ਕੀਮਤ ਪਾਏ, ਤਖਤ ਰਚਾਇਆ। ਉਹ ਜਿਹੜਾ ਰਚਿਆ ਹੋਇਆ ਸੰਸਾਰ 'ਚ, ਜਿੱਥੇ ਤਖਤ ਸੀ ਉਹਨਾਂ ਦਾ, ਜਿੱਥੇ ਉਹਨਾਂ ਦਾ ਥਰੋਨ ਸੀ, ਉੱਥੇ ਉਹ ਜਾਗ ਕੇ ਬੈਠੇ ਬੈਠੇ। ਬਾਕੀ ਕੀ ਕਰ ਰਹੇ ਆ? ਦੁਨੀਆ ਧੰਦੇ ਲਾਏ, ਆਪ ਛਪਾਇਆ। ਜਿਹਨੇ ਧੰਦੇ ਲਾਈ ਹੋਈ ਆ ਉਹ ਤਾਂ ਸਾਨੂੰ ਦਿਖਦਾ ਨਹੀਂ ਹੈ। ਧੰਦੇ ਆਪਾਂ ਸਾਰੇ ਪਰਮੇਸ਼ਰ ਦੇ ਹੀ ਲਾਏ ਹੋਏ ਆ, ਪਰ ਉਸ ਧੰਦੇ ਦੇ ਵਿੱਚ ਇੱਕ ਅਸੀਂ ਕਾਰਜ ਕਰਕੇ ਜਾਣਾ ਸੀ। ਉਹ ਕਾਰਜ ਉਹਨਾਂ ਦੇ ਯਾਦ ਰਹਿ ਗਿਆ। ਉਹ ਅਵਤਾਰੀ ਜਿਹੜੇ ਆ ਉਹ 10ਮ ਦੁਆਰ ਤੱਕ ਪਹੁੰਚ ਗਏ। ਬਾਕੀ ਦਾ ਧਰਮ ਕਰਾਏ ਕਰਮ, ਧੁਰੋਂ ਫਰਮਾਇਆ। ਜਿਹੜਾ ਵੀ ਹੋ ਰਿਹਾ ਹੈ ਸਾਡੇ ਨਾਲ, ਉਹ ਤਾਂ ਕਰਾਉਣ ਵਾਲਾ ਬੌਸ ਕੋਈ ਹੋਰ ਹੈ, ਉਹਦਾ ਹੁਕਮ ਚੱਲਦਾ। ਜੇ ਅਸੀਂ ਕਿਸੇ ਉਹ ਤੋਂ ਥੱਲੇ ਵਾਲੀ ਹਸਤੀ ਨੂੰ ਮੰਨਾਂਗੇ, ਵੀ ਆਰ ਨਾਟ ਫੋਲੋਇੰਗ ਦਾ ਰਾਈਟ ਪਾਥ। ਇਹ ਈਸ ਜਿਹੜਾ ਸ਼ਬਦ ਹੈ, ਇਹਦੇ ਬਾਰੇ ਕਬੀਰ ਜੀ ਦਾ ਹੀ ਆਪਾਂ ਨੂੰ ਸ਼ਬਦ ਚੋਂ ਇੰਨੇ ਚੋਂ ਹੀ ਆਪਾਂ ਨੂੰ ਬੜਾ ਇੰਡੀਕੇਸ਼ਨ ਮਿਲਦੀ ਹੈ ਕਿ ਮੈਲੇ ਬ੍ਰਹਮੰਡਾਏ ਕੈ ਈਸ। ਉਹ ਜਿਹੜੇ ਬ੍ਰਹਮ ਹੈ, ਜਿਹੜੇ ਅੰਡ 'ਚ ਆਏ ਹੋਏ ਹੈ, ਉਹ ਮੈਲੇ ਹੀ ਰਹਿ ਗਏ। ਉਹਨਾਂ ਤੋਂ ਮਾਇਆ ਦਾ ਝੂਠਾਪਣ ਨਹੀਂ ਫੜ ਹੋਇਆ। ਅੰਤ ਮਾਇਆ ਦਾ ਪਾਉਣਾ ਸੀ ਕਿ ਮਾਇਆ ਝੂਠੀ ਹੈ। ਜਦੋਂ ਆਪਾਂ ਕਿਸੇ ਚੀਜ਼ ਨੂੰ ਝੂਠੀ ਕਹਿ ਰਹੀਏ, ਉਹਦਾ ਅੰਤ ਪਾਇਆ ਜਾਂਦਾ। ਜੇ ਮਾਇਆ ਨੂੰ ਹੀ ਨਹੀਂ ਆਪਾਂ ਝੂਠ ਕਹਿ ਸਕੇ, ਜੇ ਮਾਇਆ ਦੀ ਉਹ ਮੂਰਤੀ ਬਣਾ ਕੇ ਉਹਨੂੰ ਪੂਜਣ ਲੱਗ ਗਏ, ਫਿਰ ਅੰਤ ਕਿੱਥੋਂ ਪਾਵਾਂਗੇ ਉਹਦਾ? ਸੋ ਮਾਇਆ ਦਾ ਅੰਤ ਤਾਂ ਪਾਇਆ ਜਾਊਗਾ ਜੇ ਆਪਾਂ ਕਹਾਂਗੇ ਪਾਤੀ ਤੋੜੇ ਮਲ ਨੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋੜੈ ਸੋ ਪਾਹਨ ਨਿਰਜੀਓ। ਭਗਤਾਂ ਨੇ ਇਸ ਤਰ੍ਹਾਂ ਮਾਇਆ ਦਾ ਅੰਤ ਪਾ ਲਿਆ ਕਿ ਮਾਇਆ ਜਿਹੜੀ ਹੈ ਉਹ ਪੂਜਣ ਲਾਇਕ ਨਹੀਂ ਹੈ। ਸੋ ਮੈਲੇ ਬ੍ਰਹਮੰਡਾਏ ਕੇ ਈਸ, ਇਹ ਜਿਹੜਾ ਈਸ ਸ਼ਬਦ ਹੈ, ਇਹਦੇ ਬਾਰੇ ਹੁਣ ਦੱਸੋ ਜੀ। ਕਿਸੇ ਦੀ ਆਵਾਜ਼ ਆ ਰਹੀ ਹੈ, ਪਰ ਉਹ ਸਿਗਨਲ ਬਹੁਤ ਵੀਕ ਹੈ। ਜਸਪਾਲ ਸਿੰਘ ਜੀ, ਤੁਸੀਂ ਕੁਝ ਕਹਿਣਾ ਸੀਗਾ ਜੀ? ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰਾ ਸੀਗਾ ਕਿ ਜਦੋਂ ਆਪਾਂ ਬ੍ਰਹਮਾ ਪੜ੍ਹਦੇ ਆ ਨਾ, ਕਿ ਜੇ ਤੇ ਬ੍ਰਹਮਾ ਨੇ ਪੜ੍ਹਨਾ ਹੋਵੇ ਤੇ ਪੜ੍ਹਿਆ ਜਾ ਸਕਦਾ, ਕਿਉਂਕਿ ਬ੍ਰਹਮਾ ਉਚਾਰਨ 'ਚ ਆਇਆ। ਆਪਾਂ ਕਹਿੰਦੇ ਬਿਸ਼ਨ ਤੇ ਮਹੇਸ਼, ਜਾਂ ਬਿਸ਼ਨ ਚੋਂ ਜਾਂ ਮਹੇਸ਼ ਚੋਂ ਇਹਨਾਂ ਦੀ ਇਹ ਨਿਕਲਿਆ, ਮਤਲਬ ਬ੍ਰਹਮਾ ਲਫ਼ਜ਼ ਜਿਹੜਾ ਇਹ ਉਹਨਾਂ ਤੋਂ ਆ। ਪਰ ਇੱਥੇ ਮਹੇਸ਼ ਨੂੰ ਇੰਡੀਪੈਂਡੈਂਟ ਦਿਆ ਹੈ, ਉਹ ਦਿੱਤਾ ਹੈ, ਔਂਕੜ ਦੇ ਨਾਲ ਦਿੱਤਾ, ਮਹੇਸ਼ ਨੂੰ ਵੀ ਦਿੱਤਾ। ਤੇ ਇੱਥੇ ਤਾਂ ਤਿੰਨੋਂ ਇੱਕ ਸੈਂਸ ਵਿੱਚ ਰੱਖੇ ਜੀ, ਬ੍ਰਹਮਾ ਬਿਸ਼ਨ ਮਹੇਸ਼ ਦੇਵ ਉਪਾਇਆ। ਤਿੰਨਾਂ ਨੂੰ ਫਿਰ ਦੇਵ ਕਹਿਤਾ ਵੀ ਬਹੁ ਵਚਨ ਦੇ ਵਿੱਚ ਇਹ ਤਿੰਨੋਂ ਉਪਾਇਆ। ਤੇ ਜਿਵੇਂ ਬਿਸ਼ਨ ਦੇ ਵਿੱਚੋਂ ਜਾਂ ਤੇ ਨਾ ਤੇ ਇੱਥੇ ਕੋਈ ਸਿਹਾਰੀ ਲੱਗੀ, ਨਾ ਔਂਕੜ ਮੁਕਤ ਹੋਇਆ, ਵੀ ਤੋਂ ਲੱਗ ਜਾਵੇ, ਤੋਂ ਵੀ ਨਹੀਂ ਲੱਗਦਾ ਜੀ। ਇਹਦੇ 'ਚ ਥੋੜਾ ਇੱਥੇ ਕਨਫਿਊਜ਼ਨ ਜਿਹਾ ਹੋ ਰਿਹਾ ਜੀ, ਬਸ ਹੋਰ ਕੁਝ। ਇਹ ਫਿਰ ਜਦੋਂ ਤੁਸੀਂ ਪੜ੍ਹਦੇ ਆ ਨਾ ਵੀਰ ਜੀ, ਆਪਾਂ ਬ੍ਰਹਮਾ ਵੱਡਾ ਕਿ ਜਾਸੂ ਪਾਇਆ, ਹਾਂਜੀ, ਬ੍ਰਹਮਾ ਕਿਹਦੇ ਚੋਂ ਪਾਇਆ ਗਿਆ? ਉੱਥੇ ਤੇ ਬਿਸ਼ਨ ਸਵਾਲ ਹੋਰ ਮਹੇਸ਼ ਹੈ, ਕਹਿ ਲੋ, ਉੱਥੇ ਸਵਾਲ ਹੋਰ ਹੈਗਾ ਨਾ ਵੀਰ ਜੀ। ਇੱਥੇ ਤੇ ਮੈਂ ਤਾਂ ਇਸ ਸ਼ਬਦ ਵਿੱਚੋਂ ਹੀ ਸਮਝਾਂ ਕਿ ਕਿਉਂਕਿ ਜੋ ਲਿਖਤ ਜਾਂ ਤੇ ਆਪਾਂ ਕਹਿ ਦਈਏ ਕਿ ਔਂਕੜ ਗਲਤ ਲੱਗ ਜਾਣ, ਫਿਰ ਤੇ ਗੱਲ ਹੈਗੀ ਠੀਕ, ਵੀ ਜੇ ਲੱਗੇ ਜਾਂ ਗਲਤ ਲੱਗੇ, ਹਨਾ, ਆਪਾਂ ਕਹਿ ਸਕਦੇ ਹਾਂ ਵੀ ਗਲਤੀਆਂ ਹੈਗੀਆਂ। ਲੇਕਿਨ ਅਗਰ ਆਪਾਂ ਲਿਖਤ ਮੰਨਦੇ ਹਾਂ, ਨਾਲੇ ਆਪਾਂ ਗ੍ਰਾਮਰ ਵੀ ਮੰਨਦੇ ਹਾਂ ਸਾਰੇ, ਹਨਾ, ਤੇ ਫਿਰ ਤੇ ਮਹੇਸ਼ ਤੋਂ ਬ੍ਰਹਮਾ ਹੋਇਆ ਜਾਂ ਬਿਸ਼ਨ ਤੋਂ ਹੋਇਆ, ਦੋਨੋਂ ਸੈਂਸ ਨਹੀਂ ਬਣਦੀਆਂ ਲਿਖਤ ਦੇ ਹਿਸਾਬ ਨਾਲ। ਨਹੀਂ, ਤੋਂ ਨਹੀਂ ਵੀ ਜਿਹੜਾ ਬ੍ਰਹਮਾ ਹੈ, ਚਾਹੇ ਉਹਨੂੰ ਮਹੇਸ਼ ਦਾ ਹਿੱਸਾ ਮੰਨ ਲਓ, ਚਾਹੇ ਉਹਨੂੰ ਤੁਸੀਂ ਉਹਦਾ ਹਿੱਸਾ ਮੰਨ ਲਓ, ਉਹ ਸਾਨੂੰ ਫਰਕ ਨਹੀਂ ਪੈਂਦਾ, ਕਿਉਂਕਿ ਦੋ ਮੱਤਾਂ ਚੱਲਦੀਆਂ ਨਾ ਉੱਥੇ। ਦੋਹਾਂ ਨੇ ਤੁਸੀਂ ਦੋਹਾਂ ਨੂੰ ਓਵਰਟੇਕ ਕਿਵੇਂ ਕਰੋਗੇ? ਦੋਹਾਂ ਮੱਤਾਂ ਨੇ ਗਲਤ ਸਮਝਿਆ ਹੋਇਆ। ਹਾਂਜੀ, ਬ੍ਰਹਮਾ ਬਿਸ਼ਨ ਮਹੇਸ਼ ਜਿਹੜੀਆਂ ਦੇਵ ਹੈ ਨਾ ਜੀ, ਬਿਸ਼ਨ ਔਰ ਮਹੇਸ਼ ਨੂੰ ਤਾਂ ਦੇਵ ਲਿਖਿਆ ਹੋਇਆ ਹਰੇਕ ਜਗ੍ਹਾ। ਹਾਂਜੀ, ਬ੍ਰਹਮਾ ਜਿਹੜਾ ਹੈਗਾ ਬਿਸ਼ਨ ਮਹੇਸ਼ ਚੋਂ ਉਪਜਿਆ ਹੋਇਆ। ਦੇਵ ਤੇ ਮੁਕਤ ਹੈ ਨਾ, ਬ੍ਰਹਮਾ ਬਿਸ਼ਨ ਜਿਹੜੇ ਆ ਦੇਵ ਹੈ, ਦੇਵ ਵਿੱਚੋਂ ਉਪਾਇਆ ਹੋਇਆ ਉਹ ਜਿਹੜਾ ਬ੍ਰਹਮਾ ਹੈ। ਚਲੋ ਵੈਸੇ ਮੈਂ ਕਿਉਂਕਿ ਬ੍ਰਹਮਾ ਵੀ ਸਿੰਗੂਲਰ ਆਇਆ ਹੈ, ਪੁਲਿੰਗ 'ਚ ਆਇਆ ਹੈ, ਬਿਸ਼ਨ, ਬ੍ਰਹਮਾ, ਬਿਸ਼ਨ, ਮਹੇਸ਼, ਅੱਗੇ ਤਿੰਨਾਂ ਦੇ ਵਾਸਤੇ ਦੇਵ ਲਫ਼ਜ਼ ਆਇਆ ਹੈ, ਦੇਵ ਉਪਾਇਆ।
ਇਹਨਾਂ ਦੇ ਇਹ ਤਿੰਨੋਂ ਦੇਵ ਕਹੇ ਜਾਂਦੇ ਨੇ ਜਾਂ ਇਹਨਾਂ ਨੂੰ ਉਪਾਇਆ ਨਹੀਂ, ਇਹ ਆਪਾਂ ਤਾਂ ਕਹਿੰਦੇ ਆ ਕਿਉਂਕਿ ਆਪਾਂ ਇਹ ਪੜਿਆ ਹੋਇਆ। ਚਲੋ ਠੀਕ ਹੈ, ਗੁਰਬਾਣੀ ਨਹੀਂ ਮੰਨਦੀ ਇਹਨੂੰ। ਗੁਰਬਾਣੀ ਕਹਿੰਦੀ ਬ੍ਰਹਮਾ ਜਿਹੜਾ ਹੈਗਾ ਉਹ ਛੋਟਾ ਹੈ, ਜਿਹੜਾ ਵਿਸ਼ਨ ਮਹੇਸ਼ ਹੈ ਉਹਦੇ ਚ ਤਾਂ ਉਪਾਇਆ ਹੋਇਆ ਬ੍ਰਹਮਾ। ਉਹ ਅਸੀਂ ਪਿੱਛੋਂ ਇਹੀ ਗੱਲ ਕਰਦੀ ਜਾ ਰਹੇ ਹਾਂ ਵੀ ਤਿੰਨ ਮੱਤਾਂ, ਤੀਸਰੀ ਮੱਤ ਕਿਹੜੀ ਹੈ ਫਿਰ? ਕਬੀਰ ਜੀ ਕਹਿੰਦੇ ਮੈਂ ਜਾਨੋ ਪੜਵੋ ਭਲੋ, ਠੀਕ ਹੈ ਜੀ, ਪੜਨ ਵਾਲਾ ਤਾਂ ਹੋ ਗਿਆ ਵਿਸ਼ਨ, ਪੜਵੋ ਸੇ ਭਲ ਜੋਗ, ਜੋਗੀ ਦੂਸਰਾ ਹੋ ਗਿਆ। ਪਰ ਉਹ ਕਹਿੰਦੇ ਵੀ ਇਹਨਾਂ ਦੋਹਾਂ ਤੋਂ ਭਗਤ ਉੱਚਾ, ਕਿਉਂਕਿ ਭਗਤੀ ਨਾ ਛੋੜੋ ਰਾਮ ਕੀ। ਚਾਹੇ ਰਾਮ ਵਿਸ਼ਨ ਦਾ ਅਵਤਾਰ ਮੰਨਦੇ ਆ ਇਹ, ਪਰ ਉਹ ਕਹਿੰਦੇ ਨਹੀਂ, ਰਾਮ ਦੀ ਉਹ ਭਗਤੀ ਕਰੂੰਗਾ ਮੈਂ, ਵਿਸ਼ਨ ਦੀ ਨਹੀਂ ਕਰਦਾ। ਪਰ ਐਸੇ ਹੀ ਕੰਟੈਕਸਟ ਚੋਂ ਸਮਝਿਆ ਜਾਏਗਾ ਜਦੋਂ ਆਪਾਂ ਅੱਗੇ ਕਰਾਂਗੇ ਨਾ, ਵਿਸ਼ਨ ਤਨਾ ਜਸ ਗਾਵੈ, ਵਿਸ਼ਨ ਚੋਂ ਵਿਸ਼ਨ ਤਨਾ ਪੈਦਾ ਹੋਇਆ ਹੋਇਆ। ਉੱਥੇ ਵੀ ਵਿਸ਼ਨ ਤਨਾ ਦੇ ਅਰਥ ਸਹੀ ਨਹੀਂ ਹੋ ਸਕੇ, ਕਿਉਂਕਿ ਤਨਾ ਹੁੰਦਾ ਕਿਸੇ ਚੀਜ਼ ਚੋਂ ਪੈਦਾ ਹੋਈ ਛੋਟੀ ਚੀਜ਼, ਉਹਦਾ ਤਨ ਹੈ ਜਿਹੜਾ, ਉਹ ਕਿਸੇ ਚੋਂ ਪੈਦਾ ਹੋਇਆ ਛੋਟਾ, ਜਿਵੇਂ ਪੁੱਤਰ ਹੈ ਉਹ ਵਿਸ਼ਨ ਤਨਾ ਦੀ ਸੈਂਸ ਚ ਆਉਂਦਾ। ਉਹ ਵਿਸ਼ਨ ਤਨਾ ਜਿਹੜਾ ਹੈਗਾ ਉਹੀ ਬ੍ਰਹਮ ਹੈ। ਫਿਰ ਵੇਦ ਕਿਹਨੂੰ ਦਿੱਤੇ ਆ? ਫਿਰ ਬ੍ਰਹਮੇ ਨੂੰ ਕਾਹਦੇ ਦਿੱਤੇ ਆ ਵੇਦ? ਵਿਸ਼ਨ ਮਹੇਸ਼ ਨੂੰ ਵੇਦ ਨਹੀਂ ਦਿੱਤੇ ਜੀ। ਤੇ ਵੀਰ ਜੀ ਇੱਥੇ ਜਿਹੜਾ ਬਿਸ਼ਨ ਤਨਾ ਦੀ ਗੱਲ ਤੁਸੀਂ ਕੀਤੀ ਹੈ, ਉਹਦੇ ਵਿੱਚ ਜੇ ਬਿਸ਼ਨ ਤਨ ਹੋਵੇ ਤਾਂ ਵੱਖਰਾ, ਪਰ ਤਨਾ ਜਿਹੜਾ ਹੈਗਾ ਉਹ ਕੰਨੇ ਕਰਕੇ ਉਹ ਜਿਹੜਾ ਮਾਇਆ ਵਿੱਚ ਆਇਆ ਹੈ, ਤਾਂ ਹੀ ਬ੍ਰਹਮੇ ਨਾਲ ਤੁਸੀਂ ਕਹਿ ਰਹੇ ਹੋ ਕਿ ਉਹ ਸਿਨੋਨਿਮ ਹੈ ਨਾ? ਹਾਂਜੀ ਹਾਂ, ਜਿੱਥੇ ਕੰਨਾ ਲੱਗਦਾ ਸਾਡੇ ਗੁਰਬਾਣੀ 'ਚ, ਉਹਦੀ ਅਵਸਥਾ ਜਿਹੜੀ ਹੈ ਉਹ ਬਪਤਰੇ ਵਾਲੀ ਹੋ ਜਾਂਦੀ ਹੈ। ਉਹ ਆਪਣੇ ਆਪ ਨੂੰ ਮਾਇਆ ਨਾਲ ਐਸੋਸੀਏਟ ਕਰਦਾ। ਹਾਂਜੀ, ਠੀਕ ਹੈ। ਕਿਉਂਕਿ ਸਾਰੀ ਸੁਰਤ ਨਹੀਂ ਤੁਹਾਡੀ, ਤੁਹਾਡਾ ਬ੍ਰਹਮ ਜਿਹੜਾ ਹੈਗਾ ਉਹ ਨਹੀਂ ਮਾਇਆ 'ਚ ਹੈਗਾ। ਬ੍ਰਹਮ ਨਹੀਂ ਆਇਆ ਹੋਇਆ ਮਾਇਆ 'ਚ, ਬ੍ਰਹਮਾ ਆਇਆ ਹੋਇਆ। ਬ੍ਰਹਮਾ ਵੀ ਮਾਇਆ 'ਚ ਉਲਟ ਕੇ ਆਇਆ ਹੋਇਆ। ਉਹ ਆਪਣੇ ਆਪ ਨੂੰ ਉਰਧ ਤਪ ਕੀਤਾ ਉਹਨੇ, ਤਾਂ ਉਹ ਆਇਆ ਮਾਇਆ 'ਚ। ਕਿਉਂਕਿ ਇਹ ਆਪਾਂ ਕੰਸੈਪਟ ਆਮ ਕਰਦੇ ਨਹੀਂ ਹੈ। ਜਦ ਅਸੀਂ ਉਰਧ ਤਪ ਦੀ ਗੱਲ ਅਸੀਂ ਕਹਿਣ ਲੱਗ ਜਾਂਦੇ ਹਾਂ 9 ਮਹੀਨੇ ਉਲਟਾ ਲਟਕਿਆ ਰਿਹਾ, ਉਹ ਅਸੀਂ ਅਰਥ ਉਹਦੇ ਉਰਧ ਤਪ ਦੇ ਆ ਕਰ ਲਏ ਵੀ ਹੀ ਵਾਸ ਅਪਸਾਈਡ ਡਾਊਨ। ਪਰ ਉਰਧ ਦਾ ਮਤਲਬ ਹੁੰਦਾ ਹੈਗਾ ਇੱਕ ਤਪ ਹੈ, ਇੱਕ ਉਰਧ ਤਪ ਹੈ। ਇੱਥੇ ਆਪਾਂ ਸਿਰਧ ਤਪ ਕਰਨਾ, ਸਿੱਧਾ ਹੋਣ ਲਈ ਕਰਨਾ, ਪਿੱਛੇ ਉਰਧ ਤਪ ਕਰਿਆ ਸੀ ਤਾਂ ਕਿ ਜੇ ਮਾਇਆ 'ਚ ਨਾ ਜੁੜਦੇ ਫਿਰ ਅਸੀਂ ਮ੍ਰਿਤ ਲੋਕ 'ਚੋਂ ਮੁਕਤ ਕਿਵੇਂ ਹੁੰਦੇ। ਉਹ ਨੈਸੈਸਿਟੀ ਸੀ ਸਾਡੀ, ਤਾਂ ਹੀ ਬ੍ਰਹਮੇ ਨੂੰ ਵੇਦ ਦਿੱਤੇ ਹੈ। ਬ੍ਰਹਮ ਨੇ ਤਾਂ ਲੈਣੇ ਨਹੀਂ ਹੈ ਵੇਦ, ਹੈ ਨਾ? ਬ੍ਰਹਮ ਕੋਲ ਤਾਂ ਵੈਸੇ ਹੀ ਪੂਰਾ। ਵੀਰ ਜੀ, ਹਾਂਜੀ, ਜੇ ਜਿਵੇਂ ਦੋਨੋਂ ਜੇ ਬ੍ਰਹਮੇ ਲਿਖਿਆ ਨਾ ਤੇ ਬ੍ਰਹਮੇ ਨੇ ਆਏ, ਜੇ ਬ੍ਰਹਮ ਮੈਂ ਲਿਖਿਆ ਹੁੰਦਾ ਦੋਵੇਂ ਦੋ ਲੱਗੀਆਂ ਹੁੰਦੀਆਂ ਉੱਪਰ ਮਾਤਰਾ, ਤੇ ਫਿਰ ਹੁੰਦਾ ਸੀ ਕਿ ਬ੍ਰਹਮੇ ਨੂੰ, ਫਿਰ ਆਪਾਂ ਬ੍ਰਹਮੇ ਦਿੱਤੇ ਵੇਦ, ਫਿਰ ਆਪਾਂ ਕਹਿਣਾ ਸੀ ਕਿ ਬ੍ਰਹਮੇ ਨੂੰ ਦਿੱਤੇ। ਇੱਥੇ ਸੈਂਸ ਫਿਰ ਇਵੇਂ ਬ੍ਰਹਮੇ ਨੇ ਦਿੱਤੇ ਬਣਦੀ ਪਈ ਹੈ ਜੀ। ਬ੍ਰਹਮੇ ਕੋਲ ਕਿੱਥੋਂ ਆ ਗਏ ਵੇਦ ਜੀ? ਨਹੀਂ, ਉਹ ਤੇ ਅਗਲੀ ਸੈਂਸ ਵਿੱਚ ਉਹ ਤੁਸੀਂ ਕਰ ਸਕਦੇ ਹੋ, ਮੈਂ ਨਹੀਂ ਕਰ ਸਕਦਾ, ਕਿਉਂਕਿ ਮੈਂ ਤੇ ਇੱਥੇ ਜਿਹੜੀ ਗੱਲ ਇਹ ਤੇ ਲਗਭਗ 13 ਪੰਨਿਆਂ ਦਾ ਆਰਟੀਕਲ ਲਿਖਿਆ ਸੀਗਾ ਬੇਦੰਤੀ ਨੇ। 13 ਪੰਨਿਆਂ ਦਾ ਆਰਟੀਕਲ ਹੈ ਬ੍ਰਹਮੇ ਸ਼ਬਦ ਕੱਲੇ ਤੇ, ਔਰ ਉਹਨੇ ਪ੍ਰੂਵ ਕੀਤਾ ਕਿ ਜਿੰਨੇ ਟੀਕਾਕਾਰ ਸੀ, ਮੈਨੂੰ ਕਹਿਣਾ ਚਾਹੀਦਾ ਸਭ ਝਾਕ ਮਾਰਦੇ ਸੀ, ਬ੍ਰਹਮੇ ਸ਼ਬਦ ਨਹੀਂ ਅਰਥਾ ਹੋਇਆ। ਸਭ ਬ੍ਰਹਮਾ ਨੇ ਬਣਦੇ ਇਹਦੇ ਅਰਥ, ਬ੍ਰਹਮਾ ਨੂੰ ਦਿੱਤੇ, ਬ੍ਰਹਮਾ ਨੂੰ ਦਿੱਤੇ ਹੈ। ਜੇ ਤੁਸੀਂ ਉਹ ਸ਼ਬਦ ਪੜੋ ਨਾ, ਆਪਣਾ ਹੈਗਾ ਵੇਦ ਕੀ ਬਿਪਤ ਪੜੀ ਪਛਤਾਨਿਆ, ਬ੍ਰਹਮੇ ਬ੍ਰਹਮਾ ਕੀ ਆ ਪੂਰਾ ਪੜਿਓ ਸ਼ਬਦ ਜੀ, ਬ੍ਰਹਮੇ ਗਰਭ ਕੀਆ ਨਹੀਂ ਜਾਣਿਆ, ਇਹ ਸ਼ਬਦ ਹੈ ਜੀ। ਉਹ ਜਿੰਨੇ ਆਪਾਂ ਆਏ ਆ ਨਾ ਜੀ, ਪਲੂਰਲ ਫਾਰਮ ਹੈ, ਬ੍ਰਹਮਾ ਦਾ ਪਲੂਰਲ ਫਾਰਮ ਬ੍ਰਹਮੇ ਹੈ, ਬ੍ਰਹਮ ਦਾ ਪਲੂਰਲ ਫਾਰਮ ਬ੍ਰਹਮੇ ਨਹੀਂ ਹੈ। ਜਿਹੜਾ ਉਹ ਸ਼ਬਦ ਹੈਗਾ ਨਾ, ਜੇ ਹੈਗਾ ਕੱਢ ਸਕਦੇ ਹੋ ਤੁਸੀਂ, ਉਹਦੇ ਵਿੱਚ ਉਹ ਬ੍ਰਹਮੇ ਗਰਭ ਕੀਆ ਨਹੀਂ ਜਾਣਿਆ, ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ। ਜਦ ਬ੍ਰਹਮਾ ਵਾਲਾ ਵੀ ਆਪਾਂ ਪੜ੍ਹਿਆ ਨਾ ਬਾਅਦ ਚ, ਵੀ ਬ੍ਰਹਮਾ ਨੂੰ ਉਪਦੇਸ਼ ਕੀ ਹੈਗਾ, ਉਹ ਹੈਗਾ ਕਿਉਂਕਿ ਉਹ ਬ੍ਰਹਮਾ ਅਵਤਾਰ, ਅਸੀਂ ਬ੍ਰਹਮ ਅਵਤਾਰ ਆਪਾਂ ਪੜ੍ਹਿਆ ਨਹੀਂ ਹੈ। ਬ੍ਰਹਮ ਅਵਤਾਰ ਚੋਂ ਇਹ ਗੱਲ ਕਲੀਅਰ ਹੁੰਦੀ ਹੈ, ਕਿਉਂਕਿ ਅਸੀਂ ਇਹ ਨਹੀਂ ਸੋਚਦੇ ਵੀ ਦਸਮ ਗ੍ਰੰਥ ਚੋਂ ਸਾਨੂੰ ਕਿਹੜੀ ਹੈਲਪ ਮਿਲਣੀ ਹੈ ਔਰ ਕਿਹੜੀ ਅਸੀਂ ਉਹ ਕਰਨੀ ਹੈ। ਉਹਦੇ ਚੋਂ ਜਿਹੜੀ ਹੈਲਪ ਮਿਲਦੀ ਹੈ, ਹਾਂ ਹੁਣ ਬ੍ਰਹਮਾ ਕੌਣ ਹੈ ਜੀ? ਇਹ ਤਾਂ ਬਾਹਰਲਾ ਹੀ ਹੈ ਨਾ ਸਾਡਾ।
ਠੀਕ ਪਰ ਹੈ ਉਹਨੂੰ ਜੀ। ਇਹ ਗੱਲ ਦੀ ਜਾਣਕਾਰੀ ਨਹੀਂ ਸੀ। ਜਾਣਕਾਰੀ ਵੇਦ ਨੇ ਦੇਣੀ ਸੀ। ਬਿਪਤ ਕੀ ਹੁੰਦੀ ਹੈ? ਗਿਆਨ ਦੀ ਕਮੀ ਪਈ ਨਾ, ਤਾਂ ਪਛਤਾ ਰਿਹਾ ਸੀ। ਜੇ ਗਿਆਨ ਪੂਰਾ ਹੁੰਦਾ ਫਿਰ ਤਾਂ ਰੌਲਾ ਨਹੀਂ ਸੀ। ਵੇਦ ਅਵੇਲੇਬਲ ਨਹੀਂ ਸੀ। ਵੇਦ ਜਦੋਂ ਆਉਂਦਾ ਹੈ ਥੋੜੇ ਚਿਰ ਬਾਅਦ ਉਹ ਗਾਇਬ ਹੋ ਜਾਂਦਾ ਹੈ। ਵੇਦ ਕੀ ਬਿਪਤੇ ਪੜੀ ਰਹਿੰਦੀ ਹੈ। ਹੁਣ ਵੀ ਦੁਨੀਆ 'ਚ ਵੇਦ ਕੀ ਬਿਪਤ ਪੜੀ ਹੋਈ ਹੈ। ਸਿੱਖਾਂ ਆਪਣੇ ਕੋਲ ਹੈ, ਸਾਨੂੰ ਤਾਂ ਨਹੀਂ ਪਤਾ ਵੀ ਇਹ ਵੇਦ ਹੈ। ਅਸੀਂ ਤਾਂ ਵੇਦ ਕੀ ਬਿਪਤ ਕਹੋ, ਅਸੀਂ ਉਹਦੇ ਅਰਥ ਕੁਝ ਹੋਰ ਕਰਨ ਲੱਗ ਜਾਂਦੇ ਹਾਂ। ਵੇਦ ਮਤਲਬ ਹੈ ਗਿਆਨ, ਬ੍ਰਹਮ ਗਿਆਨ ਦੀ ਬਿਪਤਾ ਹੈਗੀ ਹੈ। ਬਿਪਤਾ ਦਾ ਮਤਲਬ ਹੈ ਵੀ ਅਵੇਲੇਬਲ ਨਹੀਂ ਹੈਗਾ। ਉਹਦੇ ਅਰਥ ਅਨਰਥ ਕੀਤੇ ਹੋਏ ਆ। ਪੜੀ ਮਤਲਬ ਪਈ ਤਾਂ ਪਛਤਾਨੇ ਆ। ਅੱਗੇ ਅੱਗੇ ਕੀ ਹੈ ਜੀ? ਜੈ ਪ੍ਰਭ ਸਿਮਰੇ ਤਹੀ ਮਨ ਮਾਨੇ ਆ। ਪ੍ਰਭ ਕੌਣ ਹੈ ਇਹਦਾ? ਇਹਦਾ ਈਸ਼ਰ ਇਹਦਾ ਪ੍ਰਭ ਹੈ, ਇਹਦਾ ਵਿਸ਼ਨ ਇਹਦਾ ਪ੍ਰਭ ਹੈ। ਉਹਨੂੰ ਜਦ ਇਹ ਸਿਮਰ ਲੂਗਾ ਤਾਂ ਇਹਦਾ ਮਨ ਜਿਹੜਾ ਹੈਗਾ, ਇਹ ਵੇਦ ਨੇ ਹੀ ਦੱਸਿਆ ਵੀ ਆਪਣੇ ਮੂਲ ਨੂੰ ਸਿਮਰ, ਹੋਰ ਕਿਸੇ ਨਾਲ ਨਾ ਜੁੜ ਤੂੰ। ਐਸਾ ਗਰਭ, ਹਾਂ ਹੁਣ ਇਹ ਆਪਣੇ ਸਾਰਿਆਂ ਨਾਲ ਹੋਇਆ ਜੀ। ਸੰਸਾਰ 'ਚ ਐਸੇ ਗਰਭ ਨੇ ਮਾਰਿਆ। ਫਿਰ ਜਿਸ ਗੁਰ ਮਿਲੈ, ਜਿਹੜਾ ਆਪਣੇ ਮੂਲ 'ਚ ਸਮਾ ਗਿਆ ਈਸ਼ਰ ਆ ਉਹਦੇ 'ਚ, ਉਹਦਾ ਨਵਾਰਿਆ ਜਾਂਦਾ, ਉਸ ਤੋਂ ਪਹਿਲਾਂ ਨਹੀਂ ਹੈ। ਆਹ ਸ੍ਰਿਸ਼ਟੀ ਦਾ ਕਾਰਨ ਹੈ। ਜਿੰਨੇ ਗਾਹਾਂ ਕਰੈਕਟਰ ਹੈਗੇ ਹੈ ਉਹ ਸਾਰੇ ਮਨ ਦੇ ਔਰ ਚਿੱਤ ਦੇ ਨਾਂ ਹੈ। ਅਸੀਂ ਉਹ ਜਿੰਨੇ ਅਰਥ ਦੇ ਵਿੱਚ ਤੁਸੀਂ ਪੜ੍ਹ ਕੇ ਡਿਟੇਲ ਦੇਖੋ, ਐਡੀ ਐਡੀ ਡਿਟੇਲ ਦਿੱਤੀ ਹੋਈ ਹੈ ਨਾ ਕੱਲੇ ਕੱਲੇ ਕਰੈਕਟਰ ਦੀ। ਬਲਰਾਜਾ ਕੌਣ ਸੀ ਤੁਸੀਂ ਦੇਖੋ ਜੇ ਕੱਢ ਕੇ ਤੁਸੀਂ, ਉਹ ਜਿਹੜੀ ਸਿੱਖੀ ਟੂ ਮੈਕਸ ਦੇ ਆ ਪ੍ਰੋਫੈਸਰ ਸਾਹਿਬ ਸਿੰਘ ਨੇ, ਬਲਰਾਜਾ ਦੀ ਦੇਖੋ ਕਿੱਡੀ ਬੜੀ ਕਹਾਣੀ ਦਿੱਤੀ ਹੋਊਗੀ। ਇਹ ਨਹੀਂ ਸਮਝ ਹੋਇਆ ਵੀ ਬਲਰਾਜਾ ਤਾਂ ਮੇਰਾ ਮਨ ਹੀ ਹੈ, ਇਹ ਮੇਰਾ ਮਨ ਹੈ, ਬਲਰਾਜ ਹੈ, ਬਲੀ ਰਾਜਾ ਹੈ, ਇਹ ਮੂਲ ਪਰ ਰਾਜ ਕਰ ਰਿਹਾ ਇਸ ਸਮੇਂ ਨਾ। ਇਹ ਉਹ ਬਲਰਾਜਾ ਨਹੀਂ ਹੈ ਜਿਹੜਾ ਉੱਥੋਂ ਕੋਈ ਕਿਸੇ ਨੇ ਕਹਾਣੀ ਬਣਾਈ ਹੋਈ ਹੈ। ਇਹ ਵੇਦ ਦਾ ਬਲਰਾਜਾ ਹੈ ਜੀ। ਇਹ ਮਨ ਹੀ ਹੈ। ਇਹਨੂੰ ਅਹੰਕਾਰ ਚੜਿਆ ਹੋਇਆ, ਮਾਇਆ ਦਾ ਅਹੰਕਾਰ। ਹੋਰ ਕਿਹਨੂੰ ਹੈ? ਜੇ ਤੁਸੀਂ ਇੱਕ ਬੰਦੇ ਦੀ ਕਹਾਣੀ ਲੈ ਕੇ ਚੱਲੋਗੇ, ਤੁਸੀਂ ਤਾਂ ਫਿਰ ਨਿਕਲ ਗਏ ਵਿੱਚੋਂ। ਤੁਹਾਡੇ ਪਰ ਤਾਂ ਗੁਰਬਾਣੀ ਲੱਗਣੀ ਹੋ ਨਹੀਂ। ਆਪਾਂ ਕੀ ਕਹਿੰਦੇ ਵੀ ਉਹ ਬਲਰਾਜੇ ਨੂੰ ਹੋਇਆ ਸੀ, ਮੇਰਾ ਤਾਂ ਨਾਂ ਨਾ ਲਓ, ਮੈਂ ਕਿਹੜੇ ਵਿੱਚ ਆ। ਆਪਾਂ ਇਹ ਤਾਂ ਬਲਰਾਜੇ, ਬਲ ਛੁੱਟ ਕੇ ਉਹ ਜਿਹਦਾ ਹੈਗਾ ਉਹਨੂੰ ਇਹ ਬੰਧਨ ਪਏ ਹੋਏ, ਉਹੀ ਤਾਂ ਮਾਇਆ ਚ ਹੰਕਾਰੀ ਹੈ। ਇਹ ਸਾਰੇ ਨੌ ਮੰਨਦੇ ਆ, ਚੱਲਦੇ ਇਹਦੇ ਵਿੱਚ। ਅੱਗੇ ਦੇਖੋ ਇਹਦੇ ਵਿੱਚ ਇਹ ਕੀ ਹੈ? ਇਹ ਦੁਨੀਆ ਵਿੱਚ ਇਹ ਜੇ ਸਿਸਟਮ ਕਰਦਾ ਫਿਰਦਾ, ਔਰ ਉਹਦੇ ਨਾਲ ਅਫਾਰਾ ਚੜ ਰਿਹਾ ਇਹਨੂੰ। ਇਹਦੀ ਆਪਣਾ ਘਟ ਨਹੀਂ ਰਿਹਾ, ਭਰਮ ਵੱਧ ਰਿਹਾ। ਆ ਜਿਹੜੇ ਅਖੰਡ ਪਾਠ ਕਰਾਉਣੇ, ਆਪਾਂ ਸੁਖਮਣੀ ਕਰਾ ਲਿਆ, ਇਹ ਜੱਗ ਹੀ ਹੈ ਜੀ ਵੀਰ ਜੀ। ਜਗਨ ਕਰੇ ਇਹੀ ਆਪਣੇ, ਜੱਗ ਇਹੀ ਅੱਜ ਕੱਲ ਬਣੇ ਹੋਏ। ਬਿਨ ਗੁਰ ਪੁੱਛੇ, ਗੁਰਬਾਣੀ ਨੇ ਪੁੱਛਿਆ ਵੀ ਕਿਹੜਾ ਜੱਗ ਕਰਨਾ ਚਾਹੀਦਾ ਜਿਹਦੇ ਨਾਲ ਮੇਰਾ ਤੇਰੇ ਨਾਲ ਮੇਲ ਹੋ ਜੂ। ਠੀਕ ਹੈ ਜੀ। ਹੁਣ ਇਹ ਹਰੀਚੰਦ ਵੀ ਉਹੀ ਹੈ, ਚੰਦ ਹੈ, ਹਰੀ ਦੇ ਨਾਲ ਚੰਦ ਲੱਗਿਆ ਹੋਇਆ। ਇਹ ਮਨ ਹੈ। ਮਨ ਨੂੰ ਇਹ ਪ੍ਰੋਬਲਮ ਹੈ। ਉਹ ਕਹਿੰਦੇ ਵੀ ਮੈਂ ਦਾਨ ਕਰਕੇ ਮੈਂ ਉਹ ਜਸ ਲੈਣਾ। ਦੇ ਤਾਂ ਪਰਮੇਸ਼ਰ ਰਿਹਾ ਸਭ ਕੁਛ। ਇਹ ਇਕੱਲੇ ਇੱਕ ਇੱਕ ਉਹਦੇ ਨਹੀਂ ਹੈਗੇ, ਸਾਰੇ ਸਾਡੇ ਤੇ ਲੱਗਦੇ ਆ। ਬਿਨ ਗੁਰ ਅੰਤ ਨਾ ਪਾਏ ਭੇਵ ਹੈ। ਸਾਨੂੰ ਇਹ ਲੱਗਦਾ ਵੀ ਇਹ ਕਹਾਣੀਆਂ ਇੱਕ ਕਿਸੇ ਪਰਟੀਕੂਲਰ ਰਾਜਾ, ਕੋਈ ਪਰਟੀਕੂਲਰ ਬੰਦਾ। ਅੱਗੇ ਚਲੇ ਇਹ ਤਾਂ ਦੁਰਯੋਧਨ ਵੀ ਆ ਜਾਣਾ ਵਿੱਚ। ਇਹ ਬਹੁਤ ਲੰਬਾ ਸ਼ਬਦ ਹੈ। ਹੁਣ ਦੁਰਮਤ ਵਾਲਾ ਹਰਨਾਕਸ਼ ਦੁਰਾਚਾਰੀ ਹੈ। ਆਪਣੇ ਅੰਦਰ ਨਹੀਂ ਹੈ ਹਰਨਾਕਸ਼। ਹਰਨਾਕਸ਼ ਦੁਸ਼ਟ ਹਰ ਮਾਰਿਆ, ਭੂਲੋ ਰਾਵਣ ਮੁਗਧ ਚੇਤ। ਹੁਣ ਇਹ ਕਿਹੜਾ ਰਾਵਣ ਆ ਗਿਆ? ਲੰਕਾ ਲੁੱਟੀ, ਸਰੀਰ। ਇਹ ਮੈਂ ਇਹ ਤੋਂ ਬਾਅਦ ਆਹੀ ਵਾਲਾ ਸ਼ਬਦ ਕਰਨਾ ਜਿਹੜਾ ਕਿ ਸਾਨੂੰ ਪਤਾ ਲੱਗੂ ਰਮਾਇਣ ਗੁਰੂ ਨਾਨਕ ਜੀ ਨੇ ਸਾਨੂੰ ਅਰਥਾ ਕੇ ਕਿਵੇਂ ਦਿੱਤੀ ਹੈ। ਲੰਕਾ ਕਦੋਂ ਥਾਈਂ ਲੁੱਟੂਗੀ ਤੁਹਾਡੀ। ਲੁੱਟਣਾ ਹੁੰਦਾ ਕਿਸੇ ਦੇ ਅਧਿਕਾਰ ਪਰ ਤੁਸੀਂ ਕਬਜ਼ਾ ਕਰਨਾ। ਅਧਿਕਾਰੀ ਕੋਈ ਹੋਰ ਹੈ, ਤੁਸੀਂ ਉਹਦੇ ਤੇ ਕਬਜ਼ਾ ਕਰ ਲਿਆ। ਉਹ ਤਾਂ ਹੈ ਕਿਉਂਕਿ ਮਨ ਨਹੀਂ ਮਰਿਆ। ਜਦੋਂ ਤੱਕ ਮਨ ਨਹੀਂ ਵੱਢਿਆ ਜਾਊਗਾ 10 ਸਿਰ ਦਾ, ਆਪਾਂ 10 ਸਿਰ ਨਹੀਂ ਵੱਢਦੇ ਨਾ ਜੀ ਮਨ ਦੇ, ਜਦ ਤਾਈਂ ਲੰਕਾ ਲੁੱਟੀ ਹੋ ਜਾਣੀ ਹੈ ਤੁਹਾਡੀ, ਸੀਸ ਸਮੇਤ ਹੈ। ਲੰਕਾ ਲੁੱਟੀ ਕਿਉਂ? ਕਿਉਂਕਿ ਮਨ ਅਜੇ ਤਾਈਂ ਜਿਉਂਦਾ। ਜਦ ਤਾਈਂ ਮਨ ਜਿਉਂਦਾ ਲੰਕਾ ਲੁੱਟੀ ਜਾਊਗੀ। ਫਿਰ ਜਾਊਗਾ ਕਿਵੇਂ? ਗਰਭ ਗਿਆ, ਕਿਵੇਂ ਜਾਊਗਾ?
ਜਦ ਤਾਈਂ ਸਤਿਗੁਰੂ ਨਾਲ ਹੇਤ ਨਹੀਂ ਗਰਭ ਤਾਂ ਜਾਣਾ ਹੀ ਨਹੀਂ ਹੈ। ਐ ਨਾ ਸੋਚੀ ਜਾ ਵੀ ਸਤਿਗੁਰੂ ਨਾਲ ਹੇਤ ਨਹੀਂ ਗਰਭ ਮੇਰਾ ਚਲੇ ਜੂ, ਕਰਮ ਕਾਂਡਾਂ ਨਾਲ ਤਾਂ ਗਰਭ ਨਹੀਂ ਜਾਣਾ। ਆ ਸਾਰੇ ਜਿਹੜੇ ਕਰੈਕਟਰ ਲਏ ਹੋਏ ਆ ਇਹਦੇ ਵਿੱਚ, ਇਹ ਸਾਰੇ ਜਿਹੜੇ ਕਰੈਕਟਰ ਹੈ ਮਨ ਦੇ ਭੈੜੇ ਰੂਪ ਹੈ ਸਾਰੇ। ਦੁਰਯੋਧਨ ਦਾ ਨਾਮ ਆ ਜਾਏਗਾ ਵਿੱਚੇ, ਦੇਖ ਲਓ ਆਹ ਕਿੱਥੋਂ ਆ ਗਿਆ। ਉੱਥੇ ਵਿੱਚ ਰਾਵਣ ਹੈ ਸ਼ਬਦ ਦੇ ਤੁਰਿਆ ਫਿਰਦਾ, ਵਿੱਚ ਦੁਰਯੋਧਨ ਤੁਰਿਆ ਫਿਰਦਾ। ਇਹ ਕਿਵੇਂ ਹੋ ਗਿਆ? ਰਾਮ ਨਾ ਜਾਣਿਆ ਨਾ, ਦੁਰਯੋਧਨ ਨੂੰ ਰਾਮ ਜਾਣਨ ਦੀ ਤਾਂ ਲੋੜ ਨਹੀਂ ਨਾ ਸੀ, ਦੁਰਯੋਧਨ ਤਾਂ ਕ੍ਰਿਸ਼ਨ ਦੇ ਨਾਲ ਫਿਰਦਾ ਸੀ। ਇਹ ਦੇਖੋ ਇਹਦੇ ਵਿੱਚ ਸ਼ਬਦ 'ਚ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ, ਉਹ ਕਹਿੰਦੇ ਵੀ ਬੁੱਢਾ ਦੁਰਯੋਧਨ ਪਤ ਖੋਈ, ਮਨ ਹੈ ਜੀ ਦੁਰਯੋਧਨ, ਰਾਮ ਨਾ ਜਾਣਿਆ। ਉਹਦੇ ਕੋਲ ਤਾਂ ਰਾਮ ਅਵੇਲੇਬਲ ਹੀ ਨਹੀਂ ਸੀ, ਦੁਰਯੋਧਨ ਕੋਲ ਤਾਂ, ਉਹਦੇ ਕੋਲ ਤਾਂ ਕ੍ਰਿਸ਼ਨ ਅਵੇਲੇਬਲ ਸੀ। ਉਹ ਸਾਰੀ ਕਹਾਣੀ ਗੁਰੂ ਨਾਨਕ ਜੀ ਨੇ ਕਲੀਅਰ ਕੀਤੀ ਹੈ ਵੀ ਆਹ ਅਸਲੀ ਹੈਗਾ, ਇਹਨੂੰ ਮੰਨੋ। ਦੁਰਯੋਧਨ ਰਾਮ ਨੂੰ ਕਿਵੇਂ ਜਾਣਦਾ ਜੀ? ਜਿਹੜੀ ਆਪਾਂ ਪੜ੍ਹੀ ਹੈ ਉਹਦੇ ਚ ਦੁਰਯੋਧਨ ਦਾ ਰਾਮ ਨਾਲ ਤਾਂ ਕੋਈ ਰਿਸ਼ਤਾ ਹੀ ਨਹੀਂ ਹੈ, ਉਹਦਾ ਕ੍ਰਿਸ਼ਨ ਨਾਲ ਸੀਗਾ। ਸੋ ਇਹ ਸਾਰਾ ਜਿਹੜਾ ਸ਼ਬਦ ਹੈਗਾ ਇਹ ਇਸ ਤਰ੍ਹਾਂ ਫਿਰਦਾ। ਮੈਂ ਉਹ ਤੁਹਾਡੇ ਨਾਲ ਇਹ ਤੋਂ ਅਗਲੀ ਕਲੀਅਰ ਕਰਾਂ, ਜਿਹੜਾ ਉਹ ਲੰਕਾ ਲੁੱਟੀ, ਫਿਰ ਆਪਾਂ ਸਮਾਪਤੀ ਕਰਦੇ ਹਾਂ, ਉਹ ਕੁਐਸਚਨ ਆਨਸਰ ਕਰਾਂਗੇ। ਫਿਰ ਇਹ ਹੈਗਾ ਜੀ ਆਪਾਂ ਇਸ ਗੱਲ ਤਾਂ ਕਲੀਅਰ ਹੋ ਗਈ ਨਾ, ਤੁਸੀਂ ਸ਼ੇਅਰ ਕਰ ਲਓ ਜੀ। ਅੱਛਾ ਜੀ, ਈਸ ਕਲੀਅਰ ਹੋ ਗਿਆ ਨਾ ਜੀ, ਸਾਡਾ ਮੂਲ ਹੈ ਈਸ, ਇਹ ਤੋਂ ਈਸ਼ਰ ਵਰਡ ਬਣਿਆ। ਈਸ਼ਰ ਮਹੇਸ਼ ਬ੍ਰਹਮ ਦੋਵਾਂ ਵਾਸਤੇ ਤਾਂ ਹੀ ਜਪ ਜੀ ਪਤਾ ਕੀ ਲਿਖਿਆ? ਪੌਣ ਪਾਣੀ ਗਾਵਣ ਤੁਧ ਨੂੰ, ਪੌਣ ਪਾਣੀ ਬੈਸੰਤਰ ਦੇ ਸਰੀਰ ਵਿੱਚ ਕੌਣ ਕੌਣ ਹੈਗੇ? ਉਹਦੇ ਵਿੱਚ ਹੈਗਾ ਕੀ ਹੈਗਾ? ਗਾਵਣ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ। ਅੱਛਾ, ਈਸ਼ਰ ਤੁਹਾਡਾ ਮੂਲ, ਬ੍ਰਹਮਾ ਤੁਹਾਡਾ ਮਨ, ਦੇਵੀ ਤੁਹਾਡੀ ਬੁੱਧੀ। ਤਿੰਨੇ ਮਿਲ ਕੇ ਜੇ ਗਾਉਣਗੇ ਤਾਂ ਗੱਲ ਬਣੂਗੀ। ਤਿੰਨੇ ਟਿਊਨ ਚ ਰਹਿਣਗੇ ਨਾ ਜੇ ਈਸ਼ਰ ਬ੍ਰਹਮਾ ਦੇਵੀ ਜਿਹੜੇ ਹੈ। ਉੱਥੋਂ ਵੀ ਇਹੀ ਗੱਲ ਉਹਨਾਂ ਨੇ ਕਲੀਅਰ ਕੀਤੀ ਹੈ ਵੀ ਈਸ਼ਰ ਚੋਂ ਹੀ ਬ੍ਰਹਮਾ ਪੈਦਾ ਹੋਇਆ। ਜੇ ਮਹੇਸ਼ ਚੋਂ ਮੰਨ ਲਓਗੇ ਮਹੇਸ਼ ਚੋਂ ਪੈਦਾ ਹੋਇਆ। ਇਸ ਗੱਲ ਦਾ ਤੁਸੀਂ, ਕਿਉਂਕਿ ਉਹ ਮੂਲ ਹੈ ਤੁਹਾਡਾ, ਜੇ ਅੱਖਰ ਅਲੱਗ-ਅਲੱਗ ਹੈਗੇ ਆ ਉਹਦੇ ਪਿੱਛੇ ਤੁਸੀਂ ਦੋ ਮੱਤਾਂ ਨਾ ਬਣਾ ਕੇ ਬਹਿ ਜਾਓ, ਦੋ ਤੋਂ ਇੱਕ ਕਰਤੀ ਆਪਣੀ ਮੱਤ। ਹੋਰ ਕਿੱਥੋਂ ਆਪਾਂ ਨੂੰ ਮਿਲੂਗੀ? ਵਿੱਚ ਅੱਲਾ ਕਰਤਾ। ਜਿਵੇਂ ਵੀਰ ਜੀ ਆਪਾਂ ਦੋ ਮੱਤਾਂ ਲੈ ਰਹੇ ਹਾਂ ਕਿ ਹੁਣ ਦੋ ਮੱਤ ਦਾ ਮਤਲਬ ਹੁੰਦਾ ਕਿ ਆਪਸੀ ਇੱਕ ਮੱਤ ਤਾਂ ਨਹੀਂ ਹੈਗੀ, ਮੱਤ ਦੋਨੋਂ ਵੱਖਰੇ ਹੈ ਨਾ ਜੀ। ਆਪਾਂ ਹੁਣ ਇਹ ਵੀ ਕਹਿ ਰਹੇ ਹਾਂ ਕਿ ਬ੍ਰਹਮਾ ਜਾਂ ਤੇ ਵਿਸ਼ਨ ਚੋਂ ਤੇ ਜਾਂ ਮਹੇਸ਼ ਚੋਂ, ਮਤਲਬ ਬ੍ਰਹਮਾ ਵੀ ਉਹਨੂੰ ਡਬਲ ਸਟੇਟਸ ਵਿੱਚ ਬ੍ਰਹਮਾ ਹੋ ਗਿਆ ਤਾਂ ਸਾਡਾ ਮਨ ਹੋ ਗਿਆ, ਵੈਸੇ ਹੋ ਸਕਦਾ ਡਬਲ, ਹੈ ਨਾ ਜੀ। ਇਹੀ ਤਾਂ ਫਿਰ ਪਰ ਉਹਨਾਂ ਚੋਂ ਦੋਨਾਂ ਚੋਂ ਸਹੀ ਕੌਣ ਆ? ਦੋਨਾਂ ਮੱਤਾਂ ਚੋਂ ਵਿਸ਼ਨ ਜਾਂ ਮਹੇਸ਼? ਕੋਈ ਵੀ ਨਹੀਂ ਹੈ ਸਹੀ ਜੀ। ਅੱਛਾ, ਉਹ ਵੀ ਨਹੀਂ, ਉਹ ਮੂਲ ਵੀ ਨਹੀਂ ਸਾਡਾ ਸਹੀ। ਈਸ ਮਹੇਸ਼ਰ ਸੇਵ ਤਿਨ ਅੰਤ ਨਾ ਪਾਇਆ, ਉਹ ਹੈ ਨਜ਼ਰ ਆ ਰਿਹਾ। ਅੱਛਾ ਵੀਰ ਜੀ ਆਇਆ, ਇੱਕ ਮਿੰਟ ਖੜ ਜੋ, ਆਇਆ ਨਹੀਂ ਜੀ, ਇਹਨੂੰ ਮੈਂ ਕਰ ਲੈਣਾ ਸ਼ੇਅਰ। ਠੀਕ ਹੈ ਜੀ, ਠੀਕ ਹੈ ਜੀ। ਹੁਣ ਹਾਂਜੀ, ਹੁਣ ਜਿਹੜੇ ਈਸ ਮਹੇਸ਼ਰ ਹੈ ਇਹ ਕੌਣ ਹੈ ਫਿਰ, ਜਿਨ੍ਹਾਂ ਨੇ ਅੰਤ ਨਹੀਂ ਪਾਇਆ? ਹਾਂਜੀ, ਉਹੀ ਤਾਂ ਮੈਂ ਪੁੱਛ ਰਿਹਾ ਵੀਰ ਜੀ। ਹਾਂਜੀ ਵੀਰ ਜੀ, ਉਹੀ ਹੈ ਨਾ ਜਿਹੜਾ ਆਪਾਂ ਸ਼ਬਦ ਪੜ੍ਹਦੇ ਹਾਂ। ਬ੍ਰਹਮਾ ਕੀ ਹੈਗਾ? ਉਹ ਸਨਕ ਸਨੰਦ ਅੰਤ ਨਹੀਂ ਪਾਇਆ, ਵੇਦ ਪੜ੍ਹ ਬ੍ਰਹਮ ਅੰਤ, ਬ੍ਰਹਮ ਜਨਮ ਹੋਇਆ। ਉਹ ਬ੍ਰਹਮਾ ਕੌਣ ਹੈ? ਅਸੀਂ ਕੀ ਕਰਤੀ ਵੀ ਉਹ ਜਿਹੜੀ ਸਾਡੀ ਅਟੈਂਸ਼ਨ ਹੈ ਨਾ ਉਹ ਦੂਸਰੀ ਉਹਦੇ ਚਲੇਗੀ। ਆਪਾਂ ਹੀ ਵੇਦ ਪੜ੍ਹ ਰਹੇ ਹਾਂ, ਪੜ੍ਹੀ ਜਾਈਏ ਕੱਖ ਨਹੀਂ ਹੋਣਾ, ਵਿਚਾਰਾਂਗੇ ਤਾਂ ਕੁਛ ਬਣ ਜੂਗੀ ਗੱਲ। ਉੱਥੇ ਪੜ੍ਹਨ ਨੂੰ ਨਿੰਦਿਆ ਹੋਇਆ ਵੀ ਵੇਦ ਪੜ੍ਹੀ ਜਾਂਦਾ ਹੈ ਤੂੰ, ਤੇਰੀ ਤਾਂ ਹਾਲਤ ਕੁਛ ਸੁਧਰੀ ਨਹੀਂ ਹੈ। ਸਨਕ ਸਨੰਦ ਦੋਏ ਦਿੱਤੇ ਆ, ਉੱਥੇ ਚਾਰ ਹੈ ਵੈਸੇ, ਸਨਕ ਸਨੰਦ ਸਨੰਤ ਕੁਮਾਰ ਇੱਕ ਜਗ੍ਹਾ ਚਾਰ ਹੀ ਲਿਖੇ ਹੋਏ ਹੈ। ਵੀ ਉਹ ਗੱਲ ਦੱਸਣਾ ਇਹ ਚਾਹੁੰਦੇ ਆ ਕਬੀਰ ਜੀ ਵੀ ਇੱਕ ਤੁਹਾਡਾ ਤੁਸੀਂ ਗੁਰੂ ਇੱਕ ਨੂੰ ਮੰਨਦੇ ਹੋ, ਹੈ ਨਾ ਜੀ। ਚਾਰ ਤੁਹਾਡੀਆਂ ਮੱਤਾਂ ਹੋ ਗਈਆਂ। ਇਹ ਇੱਕ ਤੋਂ ਚਾਰ ਕਿਵੇਂ ਹੋ ਗਈ? ਇੱਥੇ ਸਾਡੇ ਕੋਲ ਹੈਗਾ ਸਤਿਗੁਰ ਮਤ ਵੇਲਾ, ਪਵਨ ਆਰੰਭ, ਸਾਡਾ ਗੁਰੂ ਨਹੀਂ ਬਦਲਦਾ। ਸਤਿਗੁਰ ਜਿੰਨੇ ਮਰਜ਼ੀ ਆਈ ਜਾਣ ਸਾਨੂੰ ਫਰਕ ਨਹੀਂ ਪੈਂਦਾ, ਕਿਉਂਕਿ ਸਤਿਗੁਰ ਨੇ ਤਾਂ ਪਰਮੇਸ਼ਰ ਤੋਂ ਹੀ ਸੁਣ ਕੇ ਬੋਲਣਾ ਨਾ ਜੀ। ਕਬੀਰ ਜੀ ਨੇ ਜੋ ਬੋਲਿਆ ਉਹ ਨੌਵੇਂ ਪਾਤਸ਼ਾਹ ਨੇ ਵੀ ਤਾਂ ਉਹੀ ਬੋਲਿਆ, ਕਿਉਂਕਿ ਗੁਰੂ ਨਹੀਂ। ਇਹ ਸਤਿਗੁਰ ਦੀ ਸੈਂਸ ਚ ਲਏ ਵਿਸ਼ਨ ਮਹੇਸ਼ ਜੀ। ਹਾਂਜੀ ਹਾਂ, ਇਹ ਸਾਰੇ ਮੂਲ ਨੇ ਤੁਹਾਡੇ। ਉਹ ਕੀ ਹੋ ਗਿਆ ਨਾ, ਅਲਝੇਵਾਂ ਪੈ ਗਿਆ
ਦੋ ਮੱਤਾਂ ਮੇਨ ਆ ਗਈਆਂ ਮੂਹਰੇ। ਇੱਕ ਤਾਂ ਵਿਸ਼ਨ ਨੂੰ ਮਹੇਸ਼ ਮੰਨਦੇ, ਤੁਹਾਨੂੰ ਪਤਾ ਹੋਏਗਾ ਉਹ ਸਮਾਂ ਸੀ ਜਦੋਂ ਤੁਹਾਨੂੰ ਰਮਾਇਣ ਨਹੀਂ ਸੀ ਪੜ੍ਹਨ ਦਿੰਦੇ ਕਾਸ਼ੀ ਵਿੱਚ, ਕਿਉਂਕਿ ਮਹੇਸ਼ ਮੱਤ ਦਾ ਕਬਜ਼ਾ ਸੀ ਉੱਤੇ। ਜਿੰਨੀ ਗੰਗਾ ਦੇ ਤੀਰਥ ਸਭ ਮਹੇਸ਼ ਮੱਤ ਦੇ ਆ। ਐ ਇਟ ਵਾਸ ਬੈਂਡ ਕਿ ਰਮਾਇਣ ਨਹੀਂ ਪੜ੍ਹੀ ਜਾ ਸਕਦੀ ਉਹਦੇ ਚ, ਕਾਸ਼ੀ ਚ, ਜਾਂ ਜਿਹਨੂੰ ਬਨਾਰਸ ਕਹਿੰਦੇ ਆ। ਇਹ ਤਾਂ ਬਾਅਦ ਚ ਖੁੱਲਿਆ ਕਿਉਂਕਿ ਇਹਨਾਂ ਦਾ ਜ਼ੋਰ ਪੈ ਗਿਆ। ਅੱਛਾ, ਜਦੋਂ ਤੁਸੀਂ ਕਾਸ਼ੀ ਤੋਂ ਦੂਰ ਜਾਂਦੇ ਹੋ ਨਾ, ਅੱਗੇ ਇੱਕ ਕਰਮਨਾਸਾ ਨਦੀ ਆਉਂਦੀ ਹੈ। ਕਰਮਨਾਸਾ ਨਦੀ ਤੋਂ ਪਰਲੇ ਪਾਸੇ ਵਾਲੇ ਬਾਰੇ ਕਬੀਰ ਜੀ ਨੇ ਲਿਖਿਆ, ਜਿਹਨੇ ਲਿਖਿਆ ਭਾਂਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਣੀ ਖਾਏ। ਉਹ ਮੱਤ ਦੇ ਲੋਕ ਸੀ ਉਹ। ਪਰ ਜਦੋਂ ਵਿਸ਼ਣ ਮੱਤ ਦਾ ਕਬਜ਼ਾ ਹੋ ਗਿਆ, ਇਹ ਕਹਿੰਦੇ ਵੀ ਨਾ ਨਾ, ਭਾਂਗ ਤਾਂ ਜੋਗੀ ਪੀਂਦਾ ਜੀ, ਮਾਛਲੀ ਵੀ ਖਾਂਦਾ, ਉਹਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ। ਵਿਸ਼ਨੂੰ ਮੱਤ ਵਾਲੇ ਜਿਹੜੇ ਹੈ ਉਹ ਇਹਨਾਂ ਗੱਲਾਂ ਦੇ ਖਿਲਾਫ ਹੁਣੇ ਹੋਏ ਆ। ਪਹਿਲਾਂ ਤਾਂ ਇਹ ਨਹੀਂ ਸੀ। ਉਹ ਇਹਨਾਂ ਦੇ ਤਾਂ ਆਪਣੀਆਂ ਗ੍ਰੰਥਾਂ 'ਚ ਲਿਖਿਆ ਹੋਇਆ ਵੀ ਇੰਦਰ ਕਹਿੰਦਾ ਵੀ ਮੇਰੇ ਤਾਂ ਮੈਂ ਇੰਨੀ ਗਊ ਦਾ ਵੱਧ ਕਰੂੰਗਾ, ਜਾਂ ਦੇਰ ਇਜ਼ ਲੋਟ ਆਫ ਥਿੰਗਸ ਵੀ ਸ਼ਰਾਬ ਪੀ ਕੇ ਆ ਕਰੂੰਗਾ। ਉਹ ਇਹਨਾਂ ਦੇ ਆਪਣੇ ਗ੍ਰੰਥਾਂ 'ਚ ਲੋਕਾਂ ਨੇ ਫੜ ਲਿਆ। ਪਰ ਆਪਾਂ ਉਧਰ ਨੂੰ ਜਾਏ, ਆਪਣਾ ਇਹ ਵੀ ਈਸ਼ ਆਪਾਂ ਨੂੰ ਕਲੀਅਰ ਹੈਗਾ। ਈਸ਼ ਵਰਡ ਕਾਮਨ ਵਰਡ ਹੈ, ਜਿਹੜਾ ਕਿ ਵਿਸ਼ਨ ਵਾਸਤੇ ਵੀ ਆ ਜਾਂਦਾ ਹੈ, ਮਹੇਸ਼ ਵਾਸਤੇ ਵੀ ਆ ਜਾਂਦਾ ਹੈ। ਈਸ਼ ਜਿਹੜਾ ਈਸ਼ਰ ਹੈ, ਤਾਂ ਹੀ ਉਹਨਾਂ ਨੇ ਗਾਵੰਤ ਨੂੰ ਈਸ਼ਰ ਬ੍ਰਹਮਾ ਦੇਵੀ ਲਿਖਿਆ ਵੀ ਈਸ਼ਰ ਨਾਲ ਦੋ ਕੰਬੀਨੇਸ਼ਨ ਜੁੜ ਜਾਂਦੇ ਆ, ਵਿਸ਼ਨ ਵੀ ਜੁੜ ਜਾਂਦਾ, ਮਹੇਸ਼ ਵੀ ਜੁੜ ਜਾਂਦਾ। ਉਹ ਇੱਕ ਕਾਮਨ ਵਰਡ ਹੈ, ਇੰਟਰਨੈਟ ਤੇ ਲਿਖਿਆ ਹੋਇਆ ਹੈ। ਈਸ਼ਰ ਸ਼ਬਦ ਰਾਮਾਨੁਜ ਦੀ ਕਾਢ ਹੈ। ਜਦੋਂ ਰਾਮਾਨੁਜ ਨੇ ਦੁਬਾਰਾ 8th ਸੈਂਚੁਰੀ ਵਿੱਚ ਆ ਸੰਸਕ੍ਰਿਤ ਜੋ ਆਪਾਂ ਪੜ੍ਹਦੇ ਹਾਂ, ਜਿਨ੍ਹਾਂ ਨੂੰ ਅੱਜ ਕੱਲ੍ਹ ਅਥਰਵਣ ਵੇਦ ਦੱਸਿਆ ਜਾਂਦਾ, ਇਹ ਸਭ ਉੱਥੋਂ ਸ਼ੁਰੂ ਹੋਇਆ। ਪਰਮਾਤਮਾ ਸ਼ਬਦ ਵੀ ਉਹਨੇ ਕੱਢਿਆ। ਔਰ ਪਰਮਾਤਮਾ ਸ਼ਬਦ ਵੇਦ ਮੱਤ ਦਾ ਜਾਂ ਸੱਚੀ ਟਕਸਾਲ ਦਾ ਸ਼ਬਦ ਨਹੀਂ ਹੈ, ਉਹਨੇ ਈਸ਼ਰ ਕੱਢਿਆ। ਪਰਮੇਸ਼ਰ ਗਾਇਬ ਕਰਤਾ, ਪਰਮੇਸ਼ਰ ਗਾਇਬ ਕਰਤਾ, ਈਸ਼ਰ ਮੂਹਰੇ ਕਰ ਲਿਆ ਔਰ ਪਰਮਾਤਮਾ ਮੂਹਰੇ ਕਰ ਲਿਆ। ਇਹਦਾ ਮੈਂ ਤੁਹਾਨੂੰ ਜੇ ਕਹੂੰ ਤਾਂ ਕਲਿੱਪ ਇਹਦੇ 'ਚ ਮੇਰੇ ਕੋਲ ਪਿਆ, ਜੋ ਆਪਣੇ ਸਵਾਮੀ ਦਯਾਨੰਦ ਨੇ ਲਿਖਿਆ। ਉਹ ਪਰਮਾਤਮਾ ਨੂੰ ਹੀ ਪਰਮੇਸ਼ਰ ਦੇ ਬਰਾਬਰ ਲਿਖਦਾ। ਉਹ ਜਵਾਬ ਵਿੱਚ, ਪਰ ਸਾਡੇ ਕੋਲ ਤਾਂ ਹੁਣ ਪਰਮਾਤਮਾ ਸ਼ਬਦ ਨਹੀਂ ਹੈ, ਅਸੀਂ ਕਿਵੇਂ ਕਹਿ ਦਈਏ ਵੀ ਪਰਮਾਤਮਾ ਪਰਮੇਸ਼ਰ ਦੇ ਬਰਾਬਰ ਹੁੰਦਾ, ਜਿਹੜਾ ਸ਼ਬਦ ਸਾਡੇ ਕੋਲ ਆਇਆ ਹੀ ਨਹੀਂ ਹੈ। ਸੋ ਇਹ ਮੈਂ ਅੱਗੇ 1 ਮਿੰਟ ਆ ਪੂਰਾ ਕਰ ਲਵਾਂ। 1 ਮਿੰਟ, ਇਹ ਹੈਗਾ ਸੀ ਇਹਦੇ ਵਿੱਚ ਵੀ, ਕਿਉਂਕਿ ਇਹ ਰਮਾਇਣ ਦਾ ਹੀ ਆਪਾਂ ਕਰਿਆ ਸੀਗਾ। ਆ ਹੈਗਾ, ਇਹਦੇ ਚੋਂ ਆਪਾਂ ਨੂੰ, ਇਹ ਤਾਂ ਸਿੱਧ ਗੋਸ਼ਟ ਹੈ ਨਾ, ਇਹਦੇ ਚੋਂ ਤਾਂ ਆਪਾਂ ਨੂੰ ਕੋਈ ਵੀ ਸ਼ੰਕਾ ਨਹੀਂ ਹੋਣਾ ਚਾਹੀਦਾ। ਗੁਰੂ ਨਾਨਕ ਜੀ ਨੇ ਕੀ ਜਵਾਬ ਦਿੱਤਾ? ਗੁਰਮੁਖੀ ਪਰਚੈ ਵੇਦ ਵਿਚਾਰੀ। ਗੁਰਮੁਖ ਦੇ ਮਨ ਨੂੰ ਗਿਆਨ ਕਿੱਥੋਂ ਮਿਲਣਾ? ਬ੍ਰਹਮੇ ਨੂੰ ਗਿਆਨ ਕਿੱਥੋਂ ਮਿਲਣਾ? ਵੇਦ ਦੀ ਵਿਚਾਰ ਚੋਂ ਲੱਭਣਾ। ਜਿਹਨੇ ਵੇਦ ਦੀ ਵਿਚਾਰ ਕੀਤੀ, ਉਹਦੀ ਆ ਰਮਾਇਣ ਥੱਲੇ ਉਹਦਾ ਆਨਸਰ ਆ ਗਿਆ। ਦੇਖ ਲਓ 40ਵੀਂ ਪੌੜੀ ਵਿੱਚ, ਗੁਰਮੁਖੀ ਬੰਨ੍ਹਦਿਓ ਸੇਤ ਵਿਧਾਤਾ। ਜਿਹਦੀ ਵੇਦ ਮੱਤ ਨਾਲ ਪਰਚ ਗਈ ਨਾ ਜੀ ਬੁੱਧੀ ਔਰ ਗਾਹਾਂ ਮਨ, ਉਹਦਾ ਸਿੱਧਾ ਸੱਚਖੰਡ ਨਾਲ ਰਿਸ਼ਤਾ ਜੁੜ ਗਿਆ, ਉਹਨੇ ਸੇਤ ਬੰਨ ਲਿਆ। ਲੰਕਾ ਲੁੱਟੀ ਦੈਂਤ ਸੰਤਾਪੀ। ਜਿਹੜੀ ਲੰਕਾ ਲੁੱਟ ਰਹੀ ਸੀ ਉਹ ਰੋਕਦੀ। ਕਿਉਂਕਿ ਹਨੂਮਾਨ ਕਿਵੇਂ ਪਹੁੰਚਿਆ? ਉਹ ਕਹਾਣੀ ਵਿੱਚ ਕੁਝ ਐਲੀਮੈਂਟ ਆਫ ਟਰੂਥ ਜ਼ਰੂਰ ਹੈ, ਪਰ ਜੇ ਆਪਾਂ ਉਹਨੂੰ ਸਾਰੀ ਨੂੰ ਮੰਨਾਂਗੇ ਉਹ ਰਿਜੈਕਟ ਹੈ। ਫਿਰ ਜਿਹੜੇ ਹਨੂਮੰਤਰ ਵਰਡ ਗੁਰਬਾਣੀ ਚ ਆਉਂਦਾ ਨਾ ਜੀ, ਜਿਹੜੀ ਹਨੂਮੰਤਰ ਕੀ ਸੈਨਾ ਹੈਗਾ, ਉਹ ਆ ਅੱਖਰ ਹੈ ਗੁਰਬਾਣੀ ਦੇ ਜਿਹੜੇ ਆਪਾਂ ਪੜ੍ਹ ਰਹੇ ਹਾਂ। ਆ ਹਨੂਮੰਤਰ ਦੀ ਸੈਨਾ ਹੈ ਆਪਣੇ ਮੂਹਰੇ ਬੈਠੀ। ਇਹ ਆਪਾਂ ਜੇ ਇਹਨੂੰ ਮੰਨਾਂਗੇ, ਇਹ ਲੰਕਾ ਤੇ ਧਾਵਾ ਬੋਲ ਦੂਗੀ। ਫਿਰ ਜਿਹੜੇ ਦੈਂਤ ਹੈ ਲੰਕਾ ਵਿੱਚ, ਦੈਂਤ ਦਾ ਨਾਂ ਤਾਂ ਨਹੀਂ ਦੱਸਿਆ ਨਾ ਜੀ। ਦੈਂਤ ਜਿੰਨੇ ਹੈ ਆਪਣੇ ਕੋਲ, ਕਾਮ ਕਹਿ ਲਓ, ਮੋਹੰਕਾਰ ਕਹਿ ਲਓ, ਹੋਰ ਜਿੰਨੇ ਵੀ ਹੈ, ਉਹ ਤਾਂ ਦੈਂਤਾਂ ਤੇ ਸੰਤਾਪ ਜਾਂਦਾ ਹੈ, ਕਿਉਂਕਿ ਸੇਤ ਬੰਨਿਆ ਹੋਇਆ ਸੀ। ਸੇਤੂ ਹੁੰਦਾ ਹੈ ਨਾ ਪੁਲ, ਸੇਤ ਲਿਖਿਆ ਉਹਨਾਂ ਨੇ। ਇਹ ਵੀ ਰਾਮ ਸੇਤੂ ਕਹਿੰਦੇ ਆ, ਪਰ ਉਹ ਰਾਮ ਸੇਤੂ ਕਿਵੇਂ ਬਣਿਆ ਸੀਗਾ? ਉਹ ਗੁਰਮੁਖ ਨੇ ਬੰਨਿਆ ਸੀ। ਗੁਰਮੁਖ ਨੂੰ ਪੁੱਛੋ। ਉਹ ਜਿਹੜਾ ਸੇਤ ਸੀਗਾ ਨਾ, ਜਿਹੜੀ ਗੁਰਬਾਣੀ ਸੀ, ਰਾਮਚੰਦ ਮਾਰਿਓ ਇਹ ਰਾਵਣ। ਹੁਣ ਰਾਮਚੰਦ ਕੌਣ ਹੈ? ਆਪਾਂ ਡਿਫਾਈਨ ਕੀਤਾ ਹੋਇਆ,
ਰਾਮਚੰਦ ਜਿਸ ਰੂਪ ਨਾ ਰੇਖਿਆ, ਠੀਕ ਹੈ ਨਾ ਜੀ, ਇਹ ਉਹ ਰਾਮਚੰਦ ਹੈ। ਇਹਨੇ ਆਪਣਾ ਹੀ ਹੰਕਾਰ ਆਪੇ ਮਾਰਿਆ, ਪਰ ਸਹਾਇਤਾ ਲਈ ਹੈ। ਜਿਹਨੂੰ ਦਲ ਮਿਲਾਵੇ, ਇੱਕ ਸ਼ਲੋਕ ਆਉਂਦਾ ਹੈਗਾ, ਰਾਮਚੰਦ ਦਲ ਮੇਲਵੇ, ਸ਼ਾਇਦ ਆ ਜਿਹੜੇ ਆ ਉਹਦੀ ਸੈਨਾ ਹੈਗੀ ਹੈ ਰਾਮ ਦੀ, ਜਿਹੜੇ ਆ ਗੁਰਮੁਖੀ ਬੰਨਦੇ ਹੋਏ ਆ ਵੇਦ ਵਿਚਾਰੀ, ਉਹਦੀ ਇੱਕ ਫੌਜ ਇਕੱਠੀ ਹੋ ਰਹੀ ਹੈ ਉਹਦੇ ਲਈ। ਭੇਦ ਭਿਭੀਖਣ, ਹੁਣ ਜਿਹੜਾ ਭਿਭੀਖਣ ਹੈ, ਗੁਰਬਾਣੀ ਨੇ ਭਿਭੀਖਣ ਦੀ ਪ੍ਰੇਜ਼ ਕੀਤੀ ਹੋਈ ਹੈ ਜੀ। ਆਹ ਦੇਖ ਲਓ ਆਪਾਂ, ਹੈ ਨਾ, ਭੇਦ ਭਿਭੀਖਣ ਨੂੰ ਪਤਾ, ਉਹ ਕਹਿੰਦੇ ਇਹ ਗੁਰਮਤਿ ਦੀ ਰਾਮਾਇਣ ਦਾ ਹਿੱਸਾ ਹੈ। ਔਰ ਕੌਣ ਹੈ ਉਹ ਗੁਰਮੁਖ ਹੈ। ਗੁਰਬਾਣੀ ਦਾ ਭਿਭੀਖਣ ਨੂੰ ਗੁਰਮੁਖ ਮੰਨਦੀ ਹੈ, ਪਰ ਜਿਹੜੀ ਰਾਮਾਇਣ ਦਾ ਆਪਾਂ ਗੱਲ ਕਰ ਰਹੇ ਹਾਂ, ਜਿਹਦੇ ਪਿੱਛੇ ਸਾਰਾ ਆਪਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਸ ਰਾਮਾਇਣ ਵਿੱਚ ਭਿਭੀਖਣ ਇੱਕ ਨੈਗੇਟਿਵ ਕਰੈਕਟਰ ਹੈ। ਉਸ ਮੱਤ ਵਿੱਚ ਈਵਨ ਨਾਰਦ ਇੱਕ ਨੈਗੇਟਿਵ ਕਰੈਕਟਰ ਹੈ। ਸੋ ਇਸ ਤਰ੍ਹਾਂ ਸਿਮਰਤ ਸ਼ਾਸਤਰ ਨੇ ਜੋ ਅਸਲੀ ਗਿਆਨ ਤੋਂ ਲਾਇਆ ਹੋਇਆ ਸਭ ਨੂੰ। ਹੁਣ ਥੱਲੇ ਆਪਾਂ ਆਪੇ ਸਤਿਗੁਰ ਸ਼ਬਦ ਵਿਚਾਰੇ, ਸਤਿਗੁਰ ਨੂੰ ਹੀ ਚਾਹੀਦਾ, ਸਤਿਗੁਰ ਦੇ ਨਾਲ ਮਿਲ ਕੇ ਹੀ ਆਪਾਂ ਸ਼ਬਦ ਵਿਚਾਰਨਾ। ਦੂਜੇ ਭਾਏ ਦੈਤ, ਜਿਹੜੇ ਦੂਜਾ ਭਾਅ ਸੀ ਉਹ ਸਾਡੇ ਦੈਤ ਸੀ। ਗੁਰਮੁਖ ਸਾਜ ਭਗਤੀ ਨਿਸਤਾਰੇ, ਗੁਰਮੁਖ ਕੋਲ ਸਾਚ ਭਗਤੀ ਹੈ। ਸਾਰਾ ਕੰਮੇ ਗੁਰਮੁਖ ਰਾਮਾਇਣ ਤੇ ਚੱਲਦਾ ਸੀ। ਇਸ ਤੋਂ ਅਸੀਂ ਆਪ ਹੀ ਪਰੇ ਹੋਏ ਹਾਂ, ਕਿਉਂਕਿ ਇਹ ਜਿਹੜੇ ਸ਼ਬਦ ਹੈ ਉਸ ਕੰਟੈਕਸਟ ਸਾਨੂੰ ਸਮਝ ਨਹੀਂ ਆਏ ਹੋਏ। ਜਿੰਨਾ ਕਿ ਮੇਰੇ ਕੋਲ ਟਾਈਮ ਸੀ ਮੈਂ ਆਪਣੇ ਵੱਲੋਂ ਤਾਂ ਕੋਸ਼ਿਸ਼ ਕੀਤੀ ਹੈ, ਪਰ ਇਹਦੇ ਵਿੱਚ ਕੁਝ ਹੋਰ ਵੀ ਹੈ। ਜਿਹੜਾ ਸਭ ਤੋਂ ਵੱਡਾ ਪੁਆਇੰਟ ਇਹ ਸੀਗਾ, ਜਿਹੜਾ ਕਿ ਆ ਸੀਗਾ, ਇਹ ਇੱਥੇ ਫਿਨਿਸ਼ ਹੁੰਦਾ, ਜਿਹੜਾ ਦੋਹਰਾ ਹੈਗਾ 864 ਤੇ ਰਾਮ ਅਵਤਾਰ ਫਿਨਿਸ਼ ਹੁੰਦਾ। ਦਸਮ ਪਾਤਸ਼ਾਹ ਨੂੰ ਜੇ ਕੋਈ ਕਹਿੰਦਾ ਵੀ ਉਹਨਾਂ ਨੇ ਰਾਮ ਨੂੰ ਮੰਨਿਆ, ਉਹਨਾਂ ਨੇ ਨਹੀਂ ਮੰਨਿਆ ਹੋਇਆ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੀ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ। ਉਹ ਪੌਰਾਣਿਕ ਰਾਮ ਹੈ ਜਿਹਦੀ ਗੱਲ ਹੋ ਰਹੀ ਹੈ, ਉਹਨੂੰ ਅਸੀਂ ਨਹੀਂ ਕਹਿੰਦੇ ਮੰਨਿਆ ਹੋਇਆ ਵੇਦ ਮਤ ਨੇ। ਸਿਮਰਤ ਸ਼ਾਸਤਰ ਵੇਦ ਸਭੈ, ਜਿਹੜੇ ਉਹ ਸਿਮਰਤ ਸ਼ਾਸਤਰ ਵਾਲੇ ਵੇਦ ਹੈ ਜੀ। ਬਹੁਤ ਭੇਦ ਕਹੇ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ, ਕਿਉਂਕਿ ਸਾਡਾ ਜੋ ਵੇਦ ਮਤ ਹੈ ਉਹ ਅਸਪਾਨ ਦੀ ਕਿਰਪਾ ਤੇ ਖੜੀ ਹੈ। ਉਹ ਜਿਵੇਂ ਦੱਸਦੇ ਆ ਉਵੇਂ ਹਨ, ਆਪਾਂ ਮੰਨਦੇ ਹਾਂ। ਆਹ ਜਿਹੜਾ ਦੋ ਆਪਣੇ ਕੋਲ ਪੁਆਇੰਟ ਹੈ, ਇਹ ਪ੍ਰੂਵ ਕਰਦੇ ਹੈ ਕਿ ਜੋ ਉਹਨਾਂ ਨੇ ਲਿਖੀ ਸੀ ਉਹਨੂੰ ਅਸਲ ਵਿੱਚ ਉਹਨਾਂ ਨੇ ਆਪੇ ਇੱਕ ਚੀਜ਼ ਸਾਨੂੰ ਦੱਸੀ ਹੈ। ਉਹ ਉਹਨਾਂ ਨੇ ਆਪੇ ਲਿਖਿਆ ਵੀ ਮੈਂ ਪ੍ਰਸੰਗ ਲਿਖਿਆ। ਗੁਰਬਾਣੀ 'ਚ ਤੁਸੀਂ ਪ੍ਰਸੰਗ ਸ਼ਬਦ ਲੱਭ ਕੇ ਦੇਖਿਓ, ਸਿਰਫ 2 ਜਗ੍ਹਾ ਆਉਂਦਾ। ਐਂਟੀਡੋਟ ਦਾ, ਐਨੈਕਡੋਟ ਦਾ ਕੋਈ ਹੋਰ ਡੈਪਥ ਵਿੱਚ ਮੀਨਿੰਗ ਹੈਗਾ ਜੀ? ਕੋਈ ਮੇਰੇ ਨਾਲ ਇੰਗਲਿਸ਼ ਜੇ ਕੋਈ ਵੀਰ ਹੋਵੇ। ਜਿਹੜੀ ਰਾਮਾਇਣ ਦੀ ਗੱਲ ਹੋ ਰਹੀ ਹੈ ਉਹ ਐਨੈਕਡੋਟ ਹੈ, ਉਹਨੂੰ ਪ੍ਰਸੰਗ ਲਿਖਿਆ। ਸ਼੍ਰੀ ਭਗਵਤ ਪੂਰਨ ਕੀਓ ਰਘੁਬਰ ਕਥਾ ਪ੍ਰਸੰਗ, ਔਰ ਰਘੁਬਰੇ ਲਿਖਿਆ ਹੋਇਆ, ਉਹਦੇ ਵਿੱਚ ਰਘੁਬੰਸ ਨਹੀਂ ਲਿਖੀ ਹੋਈ, ਰਘੁਬਰ ਹੀ ਹੈ ਉਹਦਾ ਨਾਂ ਜਿਹੜਾ ਹੈਗਾ। ਜੇ ਆਪਾਂ ਇਹੀ ਗੱਲ ਕਰ ਰਹੇ ਹਾਂ ਵੀ ਜੇ ਸਾਨੂੰ ਇਹ ਗੱਲ ਪਿੱਛੇ ਭੁਲੇਖਾ ਪਾਇਆ ਜਾ ਰਿਹਾ ਵੀ ਦਸਮ ਪਾਤਸ਼ਾਹ ਨੇ ਕੋਈ ਰਾਮਾਇਣ ਲਿਖੀ ਹੈ, ਉਹਨਾਂ ਨੇ ਤਾਂ ਉਹ ਜੋ ਦੱਸਿਆ ਸਾਨੂੰ ਉਹ ਪ੍ਰਸੰਗ ਦੱਸਿਆ। ਪ੍ਰਸੰਗ ਹੁੰਦਾ ਸੁਸਾਇਟੀ ਦਾ ਇੱਕ ਹਿੱਸਾ, ਕੋਈ ਨੈਰੇਟਿਵ ਜਾਂ ਸਟੋਰੀ ਨੂੰ ਮੰਨਦਾ ਹੈ। ਉਹਨਾਂ ਨੇ ਦੇਖਿਆ ਨਹੀਂ ਹੁੰਦਾ ਉਹ ਬੰਦਾ, ਪਰ ਉਹ ਕਹਾਣੀ ਚੱਲਦੀ ਰਹਿੰਦੀ ਹੈ। ਹਰੇਕ ਕਲਚਰ 'ਚ ਇਹੀਆਂ ਕਹਾਣੀਆਂ ਚੱਲਦੀਆਂ। ਟੁੰਡੇ ਇਸ ਰਾਜੇ ਦੀ ਧੁਨੀ ਕਿਉਂ ਹੈ? ਕਿਉਂਕਿ ਟੁੰਡੇ ਇਸ ਰਾਜੇ ਦੀ ਧੁਨੀ, ਟੁੰਡਾ ਇਸ ਰਾਜਾ ਪੰਜਾਬ ਵਿੱਚ ਫੇਮਸ ਸੀ, ਜਿਵੇਂ ਰਾਮ ਫੇਮਸ ਸੀ। ਜਿੰਨੀਆਂ ਧੁਨੀਆਂ ਚੜੀਆਂ ਹੋਈਆਂ ਗੁਰਬਾਣ ਆਪਣੇ 8 ਮੈਨੂੰ ਲੱਗਦਾ 12 ਤੇ ਧੁਨੀਆਂ ਨਾ ਜੀ, ਉਹ ਜਿਹੜੇ ਪ੍ਰਸੰਗ ਹੈ ਉਹ ਪ੍ਰਸੰਗ ਸੀ ਉਹਨਾਂ ਕੋਲ। ਢਾਡੀ ਪ੍ਰਸੰਗ ਸੁਣਾਉਂਦੇ ਆ, ਢਾਡੀ ਆਹ ਵਾਰ ਨਹੀਂ ਗਾਉਂਦੇ ਜਿਹੜੀ ਗੁਰਬਾਣੀ 'ਚ ਲਿਖੀ ਹੈ। ਸੋ ਉਹ ਪ੍ਰਸੰਗ ਦੀ ਫਾਰਮ 'ਚ ਸਾਡੇ ਕੋਲ ਆਇਆ ਹੋਇਆ, ਉਹ ਪ੍ਰਸੰਗ ਹੈ, ਸਾਨੂੰ ਕੁਝ ਦੱਸਿਆ ਹੋਇਆ ਤਾਂ ਕਿ ਸਾਨੂੰ ਪਤਾ ਹੋਵੇ ਵੀ ਆਹ ਚੀਜ਼ਾਂ ਉਹ ਫੇਥ 'ਚ ਹੈ। ਇਹ ਤੋਂ ਜ਼ਿਆਦਾ ਉਹ ਕੁਛ ਨਹੀਂ ਹੈਗਾ। ਉਹ ਰਾਮਾਇਣ ਪ੍ਰਸੰਗ ਰੂਪ 'ਚ ਹੈ। ਜੇ ਦਸਮ ਪਾਤਸ਼ਾਹ ਨੇ 10ਵਾਂ ਅਵਤਾਰ ਲਿਖਿਆ,
क्योंकि 24 अवतारां चों ਜਦੋਂ ਲਿਖਤਾ ਵੀ 24 ਅਵਤਾਰ ਹੋਏ ਹੈ ਜਾਂ 10 ਹੋਏ ਹੈ, ਉਹ ਫਿਰ ਉਹਨਾਂ ਨੇ ਵਾਕਈ ਦੱਸਿਆ। ਨਹੀਂ 10 ਅਵਤਾਰਾਂ ਦੀ ਤਾਂ ਕਥਾ ਕਿਤੇ ਵੀ ਨਹੀਂ ਹੈ। ਹੋਰ ਜਦੋਂ ਸੁਣੋ ਉਪਜੇ 10 ਅਵਤਾਰਾ ਲਿਖਿਆ, ਉਹਦੀ ਐਕਸਪਲੇਨੇਸ਼ਨ ਹੈ ਕਿਤੇ ਗੁਰਬਾਣੀ ਚ? ਉਹਦੇ ਲਈ ਸਾਨੂੰ ਫਿਰ ਇਹਦਾ, ਪਰ ਜਿਹੜੇ ਚਾਹੁੰਦੇ ਆ ਵੀ ਉਹਦੇ ਚ ਉਹਨਾਂ ਨੇ ਉਹਨੂੰ ਜੋੜਨਾ, ਉਹਨਾਂ ਲਈ ਠੀਕ ਹੈ। ਜਿਹੜੇ ਅਜੇ ਇੰਨੀ ਗਾਹਾਂ ਨਹੀਂ ਵਧਣਾ ਚਾਹੁੰਦੇ, ਉਹ ਫਿਰ ਜਿੱਥੇ ਖੜੇ ਆ ਉਹ ਉੱਥੇ ਵਿਚਾਰ ਕਰ ਲੈਣ, ਕੋਈ ਨੁਕਸਾਨ ਨਹੀਂ ਹੈਗਾ ਜੀ। ਆ ਮੈਂ ਫਿਰ ਅੱਜ ਤੁਹਾਡੇ ਨਾਲ ਕਰਨਾ ਸੀ ਵੀ ਉਹ ਜਿਹੜੀ ਰਾਮ ਕਥਾ ਦੀ ਗੱਲ ਹੈ, ਅਸਲੀ ਵਿੱਚ ਆ ਉਹਦੀ ਰਿਐਲਿਟੀ ਹੈ, ਆ ਆਪਾਂ ਨੂੰ ਰਿਐਲਿਟੀ ਦੱਸੀ ਹੋਈ ਹੈ। ਬਾਕੀ ਪ੍ਰਸੰਗ ਹੈ, ਉਹ ਪ੍ਰਸੰਗ ਦੇ ਵਿੱਚ ਸੱਚਾਈ ਨਹੀਂ ਹੁੰਦੀ, ਉਹ ਕੋਈ ਲੈਸਨ ਲੈਣ ਲਈ ਜ਼ਰੂਰ ਹੁੰਦਾ ਮਾੜਾ ਮੋਟਾ। ਆਮ ਬੰਦੇ ਜਿਹੜੇ ਉਹ ਜੁੜੇ ਰਹਿੰਦੇ, ਇੱਕ ਕਲਚਰ ਬਣਿਆ ਰਹਿੰਦਾ, ਉਹ ਤੋਂ ਜ਼ਿਆਦਾ ਉਹ ਧਰਮ ਦੀ ਗੱਲ ਨਹੀਂ ਹੁੰਦੀ। ਧਰਮ ਦੀ ਗੱਲ ਜਿਹੜੀ ਹੈ ਉਹ ਫਿਰ ਆਪਾਂ ਨੂੰ ਦੱਸਿਆ ਹੀ ਹੋਇਆ ਹੈਗਾ। ਆ ਕਬੀਰ ਜੀ ਨੇ ਜਿਹੜੀ ਆਪਾਂ ਨੂੰ ਗੱਲ ਦੱਸੀ ਹੈ ਉਹ ਆ ਹੈਗੀ ਹੈ, ਧਰਮ ਦੀ ਗੱਲ ਆ ਹੈਗੀ ਹੈ। ਇਹਦੇ 'ਚ ਵੀ ਮੈਨੂੰ ਇਹ ਲੱਗਦਾ ਵੀ ਦੋ ਸ਼ਬਦ ਅਲੱਗ-ਅਲੱਗ ਹੈ। ਜਾਨੀ ਦਾ ਮਤਲਬ ਜਾਣਕਾਰੀ ਵੀ ਹੁੰਦਾ, ਜਾਨੀ ਦਾ ਅਰਥ ਹੁੰਦਾ ਆਪਣਾ ਮੂਲ। ਉਹ ਕਹਿੰਦੇ ਵੀ ਮੈਂ ਜਾਣਦੇ ਆ, ਕਿਹਨੂੰ ਜਾਣਦੇ ਆ? ਆਪਣੇ ਮੂਲ ਨੂੰ ਜਾਣਦੇ ਆ। ਉਹੀ ਰਾਜਾ ਰਾਮ ਹੈ, ਉਹੀ ਕਹਾਣੀ ਹੈ। ਉਹ ਕਰਦਾ ਕੀ ਹੈ? ਅੰਤਰਜੋਤ ਰਾਮ, ਜਿਹੜਾ ਅੰਤਰਜੋਤ ਹੈ ਉਹਦਾ ਨਾਮ ਰਾਮ ਹੈ ਜੀ। ਉਹ ਪ੍ਰਕਾਸ਼ ਰੱਖਦਾ ਮੇਰੇ ਅੰਦਰ, ਪ੍ਰਕਾਸ਼ ਨਹੀਂ ਕਰਦਾ ਉਹ ਪ੍ਰਕਾਸ਼ ਰੂਪ ਚ ਕਰਦਾ ਪ੍ਰਗਾਸਾ। ਪਰ ਉਹ ਗੁਰਮੁਖੀ ਵਿਰਲੇ ਜਾਨੀ, ਆ ਰਮਾਇਣ ਤਾਂ ਹਰੇਕ ਜਾਣਦਾ। ਆਹ ਵਾਲੀ ਜਿਹੜੀ ਕਬੀਰ ਜੀ ਨੇ ਸਾਨੂੰ ਦੱਸੀ ਹੈ, ਇਹ ਰਮਾਇਣ ਨਹੀਂ ਕੋਈ ਜਾਣਦਾ, ਇਹਦਾ ਕੋਈ ਗੁਰਮੁਖ ਹੀ ਜਾਣਦਾ। ਇਹਦੇ ਵਿੱਚ ਵਿਭੀਸ਼ਣ ਜਿਹੜਾ ਹੈ ਉਹ ਪੋਜ਼ਿਟਿਵ ਕਰੈਕਟਰ ਹੈ, ਜਿਹੜਾ ਰਾਮਚੰਦ ਹੈ ਉਹ ਸ਼੍ਰੀ ਰਾਮਚੰਦ ਹੈ ਜਿਹਦੀ ਰੂਪ ਰੇਖਿਆ ਨਹੀਂ ਹੈ ਕੋਈ। ਸੋ ਇਹ ਉਹ ਕੰਟੈਕਸਟ ਹੈ, ਉਹ ਦੂਸਰਾ ਹੈਗਾ। ਇੱਥੇ ਮੈਂ ਫਿਰ ਅੱਜ ਦੀ ਆਹ ਸਲਾਈਡ ਸੀ ਲਾਸਟ, ਵੀ ਦੋਹਾਂ ਰਮਾਇਣਾਂ ਦਾ ਫਰਕ ਕੀ ਹੈਗਾ ਸਾਨੂੰ ਪਤਾ ਹੋਣਾ ਚਾਹੀਦਾ। ਜੇ ਸਾਡੇ ਪਰ ਸਵਾਲ ਉੱਠੇਗਾ ਕਦੇ, ਸਾਨੂੰ ਇਸ ਗੱਲ ਦਾ ਗਿਆਨ ਹੋਵੇ। ਇਹਨੂੰ ਤੁਸੀਂ ਹੋਰ ਇਲੈਬੋਰੇਟ ਕਰ ਸਕਦੇ ਹੋ। ਥੈਂਕ ਯੂ ਵੀਰ ਜੀ। ਠੀਕ ਹੈ ਵੀਰ ਜੀ, ਆਪਾਂ ਕੁਐਸਚਨ ਆਨਸਰ ਕਰ ਲੈਂਦੇ ਹਾਂ। That was a lot.